जी दोस्तों, ननकाना से दोबारा बरह रास्त दोस्तों के शौक़ के लिए उस्ताद डॉक्टर अब्दुल गनी ऑफ ननकाना के चंद ब्रीडर जो कबूतर हैं, उनके शौक़ के जो मेन कबूतर हैं, उन कबूतरों का आपको शौक़ करवाया जाएगा। और उस्ताद जी से हम रिक्वेस्ट करेंगे कि थोड़ी सी ना उनका बायोडेटा, जिस तरह उन्होंने कबूतर बनाए हैं अपने। जी उस्ताद जी, केड़ा कबूतर है तुहाडे हाथे च? लाखा कबूतर है। ठीक, बड़ा मशहूर कबूतर है साडा है। ਇਹਦਾ ਹੀ खून लंगर पर उड़िया सी। ठीक, जिन्हें 50 दिन किया। लाखा कबूतर सी इस शक्ल का। हुण दूसरा जिहड़ा मेरे बेटे को फड़िया वो भी ਇਹਦਾ बेटा है। ठीक, ਇਹਦਾ ही बच्चा है। इस तरह ही साढ़े को ज़्यादातर यही कबूतर पाए जाते हैं। एक होर इन्हां दा भाई है, इस तरह जोड़े लगे। उस्ताद जी मैं एक तब्दीली देख रहा ना, यह कबूतर ने अखा ना बड़िया ना नीला घुमाइल ने, नीलियां अखा ने। होर भी तुहाडे इलाके दे बड़े मशहूर कबूतर ने, वो गुलाबी अखां च ने। हाँ जी, क्रॉस करन दे नाल अख बदल जांदियां ने। हाँ, क्रॉस देण नाल फिर बदल जाणगे। ठीक, अगर तुसीं सुरख अखां दी मादी लाओगे फिर बदल जाणगे। ठीक, मैं वेखो ना हाले हाथे च नहीं फड़िया है। दूरों कबूतर दी अख इंज देसी जिवें नीली अख है, हाँ जी, जिवें कोई बांके या फिरोजपुरी कबूतरां दी होंदी है। इनू करीब तो देखांगे ते गुलाबी अख है। एक कह सकते हैं कि इन्हां दी खास क्वालिटी है। ये जी इन्हां दी खास क्वालिटी है। ठीक, ये बहुत हाई क्लास के कबूतर है। अजकल उड्डण वाले नहीं है। ठीक, जेब च उड़ सकते हैं। उस्ताद जी की वजह हुण अजकल तुसीं देखदे हो बेपनाह कबूतर दे नस्लां ने? इन्हां दा कोई वजन नहीं, बिल्कुल कोई वजन नहीं। कागज की तरह कबूतर ने, गोश्त खोले कबूतर नहीं है। ठीक, बिल्कुल थोड़ा वजन, लेकिन उड़ान दे बादशाह। कबूतर का वजन नहीं होना चाहिए उड्डण वाले कबूतर का? नहीं, मोटे कबूतर डाफी होंदे ने, 10-11 बजे लम्बे पै जांदे। बिल्कुल, यह कबूतर वेखो ना लाइट वेट कबूतर है। हाँ जी, कोई कबूतर सारे ਜਿਹੜੇ मोटे दाड़े कबूतर ने ना, ये महीना महीना दो भड़का खा के तो ਵੱਧ ਹੋਈਦੇ ਤਿਆਰ ਹੁੰਦੇ। हाँ जी, ਅਸੀਂ ਤੁਹਾਡਾ ਸ਼ੌਕ ਕੀਤਾ ਕਬੂਤਰਾਂ ਦਾ, ਕਹਿ ਸਕਦੇ ਇਹਨਾਂ ਦਾ ਖਾਸ ਵਸਫ ਹੈ ਕਿ ਇਹਨਾਂ 'ਚ ਵਜ਼ਨ ਨਹੀਂ ਹੈ, ਬਲਕਿ ਬਰਾਏ ਨਾਮ ਹੀ ਨੇ। ਮਸਲਾ ਕਿਹਾ ਹੁਣ ਕਬੂਤਰ ਉੱਡਦੇ ਨਹੀਂ ਹੈ, ਜੋੜਿਆਂ 'ਚ ਪਏ ਨੇ। ਕੋਈ ਸਾਲ ਸਮਝੋ ਜਿਹੜਾ ਕਬੂਤਰ ਜੋੜਿਆਂ 'ਚ ਕਦੀ ਉੱਡਿਆ ਹੀ ਨਹੀਂ, ਉਹਦਾ ਐਡਾ ਜਿਸਮ ਤਿਆਰ ਨੇ, ਵਜ਼ਨ ਘੱਟ ਹੈ। ਤੇ ਜਦੋਂ ਇਹ ਪ੍ਰਵਾਜ਼ਾਂ 'ਚ ਹੋਣਗੇ ਤੇ ਫਿਰ ਤੇ ਹੋਰ ਵੀ ਸੋਨੇ ਦੇ ਸੁਹਾਗੇ ਵਾਲੀ ਗੱਲ ਹੈ। ਕਾਫੀ ਅਰਸੇ ਤੋਂ ਅਡਾ ਰਹੇ ਆ। ਜਿਵੇਂ ਜਿਵੇਂ ਅਡਾਰਾਂ ਕਰਨਗੇ, ਖੁਰਾਕ ਲੈਣਗੇ, ਮਜ਼ਬੂਤੀ ਆਏਗੀ। ਜਿਸਮ ਬਹੁਤ ਸਖਤ ਹੁੰਦਾ ਰਹੇਗਾ, ਲੇਕਿਨ ਖੂਨ ਦੇ ਵਿੱਚ, ਇਹਨਾਂ ਦੀ ਛਾਤੀ ਦੇ ਵਿੱਚ ਫਲਾਵਟ ਨਹੀਂ ਹੋਣਾ, ਸਖਤ ਆ ਜਾਏਗਾ, ਜਿਵੇਂ ਲੋਹੇ ਦੀ ਕੋਈ ਚੀਜ਼ ਪਕੜੀ। ਠੀਕ, ਕਬੂਤਰ ਉਹ ਸਾਜ਼ੀਆ ਜਿਹੜੇ ਬੜੇ ਸਖਤ ਡਾਢੇ ਮੋਟੇ ਹੁੰਦੇ ਨੇ, ਦੋਸਤ ਬੜਾ ਨਾ ਵਸਫ ਸਮਝਦੇ ਨੇ ਕਿ ਯਾਰ ਇਹ ਬੜਾ ਮਜ਼ਬੂਤ ਕਬੂਤਰ, ਸਖਤ ਜਿਹਨੂੰ ਕਹਿ ਲਓ, ਆਸਾਨ ਲਫ਼ਜ਼ਾਂ 'ਚ ਕਹਿ ਰਹੀਏ। ਤੁਹਾਡੇ ਮੁਤਾਬਕ ਕਬੂਤਰ ਚੰਗੇ ਹੁੰਦੇ ਨੇ ਵਜ਼ਨੀ ਦਾ ਸਖਤ? ਕਬੂਤਰ ਪਕੜਦੇ ਹੀ ਪਤਾ ਲੱਗ ਜਾਂਦਾ ਵੀ ਇਹ ਕਬੂਤਰ ਬਹੁਤ ਸਖਤ ਤੇ ਉੱਡਣ ਵਾਲਾ। ਹਾਂਜੀ, ਆ ਦੇਖੋ ਕਬੂਤਰ ਰਿਜ਼ਲਟ ਦੇ ਨੇ ਸਹੀ। ਹੁਣ ਤੁਹਾਡੇ ਕਬੂਤਰ ਬਿਲਕੁਲ ਸਮਝੋ ਵਜ਼ਨ ਪਤਾ ਮੇਰੇ ਖਿਆਲ ਨਾਲ ਤੇ ਅੱਜ ਹੀ ਇਹਨਾਂ ਨੂੰ ਪਾ ਕੇ ਖੁਰਾਕ ਸ਼ੁਰੂ ਕਰੋ, ਸਵੇਰ ਤੋਂ ਭਾਵੇਂ ਬਾਰੀ ਪਾ ਦੇ ਉੱਡਣਗੇ। ਠੀਕ, ਇਹ ਚੀਜ਼ ਨਾਲ ਜੀ ਮੁਨਫਰਾ ਦੇ ਦੂਸਰੇ ਕਬੂਤਰਾਂ ਲਈ ਨਸਲਾਂ ਦੇ ਟਾਈਮ ਨਹੀਂ ਲੈਂਦੇ। ਇਹ ਨਹੀਂ ਵੀ 3 ਮਹੀਨੇ ਨਾਲ ਦੁਆਲੇ ਰਹੋ, ਉਹਨੇ ਜਦੋਂ ਗੇਮ ਮੁੱਕਣਾ ਘਰ ਨੂੰ ਬਹਿ ਜਾਓ ਆਰਾਮ ਨਾਲ। ਅਸੀਂ ਕਹਿ ਸਕਦੇ ਹਾਂ ਇਹ ਜਿਹੜੇ ਰੈਸਲਰ ਨੇ WWF ਵਾਲੇ, ਤੇ ਦੂਜੇ ਵਾਲੇ ਨੇ ਜਿਹੜਾ ਭਲਵਾਨੀ ਵਾਲੇ ਨੇ ਕਬੂਤਰ, ਜਿਹੜੇ ਵਜ਼ਨੀ ਕਬੂਤਰ ਨੇ, ਚਰਬੀ ਵਾਲੇ ਹੁੰਦੇ ਨੇ, ਬਸ ਐਥਲੀਟ ਕਹਿ ਸਕਦੇ ਹਾਂ ਅਗਰ ਲਫ਼ਜ਼ ਇਸਤੇਮਾਲ ਕਰੀਏ ਤੇ। ਕਿਉਂਕਿ ਜਿਹੜਾ ਐਥਲੀਟ ਹੁੰਦਾ ਨਾ, ਉਹਨੂੰ ਬਸ ਭੱਜਣਾ ਬੜਾ ਸੌਖਾ ਹੁੰਦਾ ਹੈ। ਜਿਹੜਾ ਮੋਟਾ ਬੰਦਾ ਉਹਨੇ ਵਿਚਾਰੇ ਭੱਜਣਾ ਕੀ ਹੈ। 3 ਸਾਲ ਹੋ ਗਏ ਨੇ, ਬਾਜੀ ਹੋ ਰਹੀ ਸੀ, ਬਹੁਤ ਦੁਨੀਆ ਇੱਥੇ ਹਜ਼ਾਰਾਂ ਦੇ ਹਿਸਾਬ ਨਾਲ ਲੋਕ ਸਨ। ਹਾਂਜੀ, ਇਹ 3 ਕਬੂਤਰ ਇੱਕ ਟਾਵਰ ਆ ਗਏ ਸਨ। ਠੀਕ, ਇਹ ਬੈਠੇ ਨਹੀਂ ਸਨ, ਇਹ ਰਾਤ ਨੂੰ 8 ਵਜੇ ਤੋਂ ਉੱਤੇ ਬੈਠੇ ਸੀ। ਠੀਕ, ਹਾਂਜੀ। ਇਹ ਸਾਜੀ ਤੁਹਾਡੇ ਹਵਾਲੇ ਨਾਲ ਬੜਾ ਮਸ਼ਹੂਰ ਹੈ ਇੱਕ ਗੱਲ, ਕਿ ਬੜੀ ਸਖਤ ਗਰਮੀ ਡਿਗਰੀ ਦੇ ਵਿੱਚ ਮੈਨੂੰ ਬੜੇ ਦੋਸਤਾਂ ਨੇ ਕਿਹਾ ਸੀ ਕਿ ਜਦੋਂ ਤੁਸੀਂ ਜਾਂਦੇ ਹੋ ਨਾ, ਇਹ ਸਾਡਾ ਸਵਾਲ ਜ਼ਰੂਰ ਕਰਿਆ ਕਰੋ, ਕਿਸੇ ਕਾਬਲ ਸੱਤ ਦਾ ਕਰੋ। ਤੇ ਹਰ ਬੰਦਾ ਮੇਰੇ ਖਿਆਲ ਮੁਤਾਬਕ, ਮੇਰੇ ਤਜਰਬੇ ਮੁਤਾਬਕ ਸਵਾਲ ਕਰਨ ਦੇ ਕਾਬਲ ਨਹੀਂ ਹੁੰਦਾ।
ਕਿਉਂਕਿ ਅਗਰ ਉਹਨੇ ਜਵਾਬ ਦੱਸਣਾ ਹੀ ਨਹੀਂ ਆ, ਉਹਨੂੰ ਪਤਾ ਹੀ ਕੋਈ ਨਹੀਂ, ਚੋਖਿਆ ਬੰਦਿਆਂ ਨੂੰ ਪਤਾ ਹੀ ਕੋਈ ਨਹੀਂ ਹੁੰਦਾ। ਐਵੇਂ ਗੱਲ ਸਵਾਲ ਤੇ ਉਹਨੂੰ ਕਰਨਾ ਚਾਹੀਦਾ। ਵੇਖੋ ਨਾ, ਤੁਸੀਂ ਬਜ਼ੁਰਗ ਸ਼ਖਸੀਅਤ, ਤੁਸੀਂ ਗੱਲ ਬੰਦੇ ਬੋਲਦੇ ਨੇ। ਹਾਂਜੀ, ਤੁਸੀਂ ਇੱਕ ਆਪਣੇ ਫੰਦ ਵਿੱਚ ਆਪਣਾ ਲੋਹਾ ਮਨਵਾਇਆ ਹੈ। ਮੁਖਤਲਿਫ ਪਾਕਿਸਤਾਨ ਦੇ ਸ਼ਹਿਰਾਂ ਦੇ ਵਿੱਚ ਵੀ ਕਬੂਤਰ ਉਡਾਏ ਨੇ, ਬਲਕਿ ਤੁਹਾਡੇ ਬੇਟੇ, ਤੁਹਾਡੇ ਸ਼ਾਗਿਰਦ ਪਰਫਾਰਮ ਕਰਦੇ ਨੇ ਪਏ। ਇਹ ਜਿਹੜਾ ਗਰਮੀ ਸਖਤ ਵਿੱਚ ਕਬੂਤਰ ਉਡਾਉਣ ਦਾ ਤਰੀਕਾਕਾਰ ਮੇਰੇ ਖਿਆਲ ਦੇ ਨਾਲ ਅਸੂ ਕਤੇ ਠੰਡ ਨਾਲ ਹੋਰ ਹੁੰਦਾ ਵੇ। ਇਹਦੇ ਮੁਤਲਕ ਤੁਹਾਡੀ ਕੀ ਰਾਏ ਹੈ? ਕਦਮ ਰੱਖਣ ਲੱਗਿਆ ਡਰਨਾ ਚਾਹੀਦਾ, ਇੱਕ ਕਦਮ ਸੋਚ ਸਮਝ ਕੇ ਰੱਖੋ। ਐਵੇਂ ਨਾ ਗਰਮੀ ਵੇਖ ਕੇ ਕਬੂਤਰ ਨੂੰ ਠੰਡਾ ਕਰ ਦਿਓ, ਹਰ ਸ਼ੈ ਗਵਾ ਕੇ ਬਹਿ ਜਾਓ। ਠੀਕ, ਉਹਦੇ ਮੁਤਾਬਕ, ਉਹਦੇ ਜਿਸਮ ਦੇ ਮੁਤਾਬਕ ਉਹਨੂੰ ਦਿਓ, ਹੱਕ ਬਣਦਾ। ਕਿਉਂਕਿ ਰੋਟੀ ਦੇ ਨਾਲ ਪਾਣੀ ਦੀ ਆਮ ਜ਼ਰੂਰਤ ਹੈ। ਹਾਂਜੀ, ਅਗਰ ਤੁਸੀਂ ਰੋਟੀ ਸਾਲਣ ਨਾਲ ਖਾ ਰਹੇ ਹੋ ਬਿਲਕੁਲ, ਤੇ ਪਾਣੀ ਨਹੀਂ ਪੀਂਦੇ ਤੇ ਤੁਹਾਨੂੰ ਹਿੱਟ ਜੀ ਲੱਗ ਜਾਏਗੀ, ਤੁਸੀਂ ਠੀਕ, ਪਰੇਸ਼ਾਨ ਹੋਵੋਗੇ। ਉਹਦੇ ਨਾਲ ਪਾਣੀ ਦਾ ਹੋਣਾ ਬਹੁਤ ਲਾਜ਼ਮੀ ਹੈ। ਕੁਛ ਉਸਤਾਦ ਜੀ ਬੰਦੇ ਜਿਹੜੇ ਨਾ ਪਾਣੀ ਬੜਾ ਨਾਪ ਤੋਲ ਕੇ ਦਿੰਦੇ ਨੇ, 5-5 ਸੀਸੀ 2-2 ਸੀਸੀ, ਕਈ ਤਾਂ ਪਿਆਂਦੇ ਹੀ ਕੋ ਨਹੀਂ। ਮੈਂ ਐਸੇ ਉਸਤਾਦ ਵੀ ਵੇਖੇ ਨੇ, ਸਖਤ ਗਰਮੀ ਦੇ ਵਿੱਚ ਨਾ ਕਬੂਤਰ ਉਹ ਸਮਝੋ ਕੋ ਆਪਣੇ ਕੋਈ ਕਾਰੀਗਰ ਦੀ ਵਹਾਂ ਦੇ ਚੱਕਰਾਂ 'ਚ ਨਾ ਕਬੂਤਰ ਪਿਆਸਾ ਹੀ ਉਡਾ ਦਿੰਦੇ ਨੇ। ਇਹਦੇ ਮੁਤਲਕ ਤੁਹਾਡਾ ਕੀ ਖਿਆਲ ਹੈ, ਰਾਏ ਕੀ ਆ? ਨਹੀਂ ਕਹਿੰਦੇ ਨੇ ਜੀ ਪਾਣੀ ਚੋਖਾ ਦੇ ਆ ਕਬੂਤਰ ਥੱਲੇ ਖਲੋ ਰਹਿੰਦੇ ਨੇ। ਹਾਲਾਂਕਿ ਅਸੀਂ ਦੇਖਿਆ ਕਿ ਤੁਹਾਡਾ ਜਿਹੜਾ ਤਰੀਕਾ ਘਰ ਹੈ ਨਾ, ਜ਼ਿਆਦਾਤਰ ਦੋਸਤ ਜਾਣਦੇ ਨੇ ਕਿ ਤੁਸੀਂ ਤੇ ਪਾਣੀ ਦੇ ਕੇ ਨਾ ਚਨੇ ਤੇ ਮਕਈ ਚੜਨਾ ਪਾਣੀ ਮੂੰਹ ਨਾਲ ਹੀ ਵਗਦਾ ਹੁੰਦਾ ਤੇ ਕਬੂਤਰ ਥੱਲੇ ਥੱਲੇ ਉੱਡਦੇ ਨੇ ਤੇ ਬਾਦੋਂ ਸਮਾਨ ਬੰਦ ਹੋ ਜਾਂਦੇ ਨੇ। ਜਿਉਂ ਸੂਰਜ ਨਿਕਲਦਾ ਗਰਮ ਹੁੰਦਾ ਤੇ ਉਹ ਬੰਦ ਹੋ ਜਾਂਦੇ ਨੇ। ਜਦੋਂ ਦੇਖੋਗੇ ਸੂਰਜ ਦੇ ਵਿੱਚ ਹੀ ਲੱਗਦਾ। ਇਹਦੇ ਉਸਾਜ ਕੀ ਵਜ੍ਹਾ ਹੈ? ਦੋਸਤਾਂ ਨੂੰ ਇਹ ਤਾਂ ਦੱਸੋ। ਅੱਜ ਬੜੇ ਮੈਨੂੰ ਦੋਸਤ ਨਾਲ ਇੱਕ ਤਕਰੀਬਨ 2 ਸਾਲ ਤੋਂ ਮੇਰੇ ਦੋਸਤ ਤੁਹਾਡੇ ਨਾਲ ਫੈਨ ਵੀ ਨੇ, ਉਹ ਕਹਿੰਦੇ ਉਸਤਾਦ ਡਾਕਟਰ ਅਬਦੁਲ ਗਨੀ ਸਾਹਿਬ ਦਾ ਜਿਹੜਾ ਨਾ ਨਨਕਾਣਾ ਤੋਂ, ਉਹਦਾ ਇੰਟਰਵਿਊ ਕਰੋ ਖਸੂਸੀ ਤੌਰ 'ਤੇ। ਤੇ ਉਹ ਬੜੀ ਮਿਹਰਬਾਨੀ, ਸ਼ੁਕਰੀਆ ਤੁਹਾਡਾ ਕਿ ਤੁਸੀਂ ਟਾਈਮ ਦਿੱਤਾ ਹੈ। ਤੇ ਚਲੋ ਇਸ ਬਹਾਨੇ ਨਾਲ ਅਸੀਂ ਸਾਡੇ ਪਲੇਟਫਾਰਮ ਤੋਂ ਤੁਹਾਡੇ ਅੱਗੇ ਪੈਗਾਮ ਦੋਸਤਾਂ ਤੱਕ ਪਹੁੰਚੇਗਾ। ਇਸ ਗੱਲ 'ਚ ਕੀ ਰਾਜ਼ ਹੈ? ਮੇਰਾ ਗੱਲ ਇਹ ਆ, ਰੌਲਾ ਸਾਰਾ ਆਪਣੇ ਦਿਮਾਗ ਦਾ ਹੈ। ਇੱਕ ਤੁਸੀਂ ਦਵਾਈ ਦੇ ਰਹੇ ਹੋ, ਹਾਂਜੀ, ਕਬੂਤਰ ਬਹੁਤ ਸਖਤ ਗਰਮੀ ਦੇ ਰਹੇ ਹੋ, ਨਾਲ ਹੀ ਬੱਦਲ ਆਉਂਦੇ ਨੇ, ਬਾਰਿਸ਼ ਪੈ ਜਾਂਦੀ, ਉਹ ਦਵਾਈ ਤੁਸੀਂ ਉਵੇਂ ਤਾਂ ਨਹੀਂ ਦੇ ਸਕਦੇ। ਬਿਲਕੁਲ, ਉਹਦੇ ਜ਼ਮੀਨ ਸਮਾਨ ਦਾ ਫਰਕ ਪੈ ਗਿਆ। ਫਿਰ ਆਪਣਾ ਰਸਤਾ ਬਦਲਣਾ ਪੈਣਾ ਤੁਹਾਨੂੰ, ਠੀਕ ਹੈ ਨਾ? ਹਾਂਜੀ, ਫਿਰ ਆਪਣੀ ਮੰਜ਼ਿਲ ਜਿਹੜੀ ਹੈ ਨਾ ਉਹ ਪਾਓਗੇ, ਤੁਹਾਡੇ ਕਰੀਬ ਆਏਗੀ ਮੰਜ਼ਿਲ। ਹੁਣ ਇਹ ਤਾਂ ਨਹੀਂ ਵੀ ਤੁਸੀਂ ਇੱਕ 50 ਟੈਂਪਰੇਚਰ ਦੇ ਵਿੱਚ ਦਵਾਈ ਦੇ ਰਹੇ ਹੋ ਤੇ ਤੁਸੀਂ 41 ਦੇ ਵਿੱਚ ਵੀ ਉਹ ਦਿਓ। ਠੀਕ, ਇਹ ਏਡਾ ਹੁਸ਼ਿਆਰ ਹੋਣਾ ਚਾਹੀਦਾ। ਜਿਸ ਤਰ੍ਹਾਂ ਕਾਲਾ ਨਾਗ ਫਣੀ ਇੱਕ ਬਹੁਤ ਹੁਸ਼ਿਆਰ ਹੁੰਦਾ, ਉਹ ਡੰਗ ਨੂੰ ਵੇਂਦਾ ਇੰਝ ਮਾਰਦਾ ਡੰਗਦਾ। ਹਾਂਜੀ, ਤੇ ਕਾਰੀਗਰ ਪਿਛਲੇ ਬੰਨੇ ਡਾਂਗ ਲੈ ਖਲੋਤਾ ਹੁੰਦਾ, ਪਿਛਲੇ ਬੰਨੇ ਆ ਜਾਂਦਾ ਬੰਦੇ। ਬਿਲਕੁਲ, ਉਹ ਸਿੱਧਾ ਨਹੀਂ ਖਲੋਤਾ ਰਹਿੰਦਾ, ਪਿਛਲੇ ਬੰਨੇ ਵਾਲੇ ਬੰਦੇ ਨੂੰ ਵੀ ਡੰਗਦਾ ਆ ਕੇ। ਇਸੇ ਤਰ੍ਹਾਂ ਹੀ ਇਹ ਕਬੂਤਰਬਾਜ਼ੀ ਹੈ। ਤੁਸੀਂ ਕੋਲ ਇੱਥੇ ਮੇਰੇ ਬੈਠੇ ਹੋ, ਫਿਰ ਤੁਹਾਨੂੰ ਦੱਸੀਏ ਗੁਰ ਵਿਦਿਆ ਹੈ। ਇਹ ਸਾਜੀ ਸੋਹਣੀ ਗੱਲ ਹੈ ਬੜੀ ਤੁਹਾਡੀ, ਹੈ ਕਿ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਜਿਹੜਾ ਇੱਕ ਕਾਮਯਾਬ ਸ਼ੌਕੀਨ ਬੰਦਾ ਵੇ, ਉਹਨੂੰ ਸੱਪ ਵਾਂਗੂ ਚਲਾਕ ਤੇ ਲੋਮੜੀ ਵਾਂਗੂ ਹੁਸ਼ਿਆਰ ਹੋਣਾ ਚਾਹੀਦਾ ਵੇ, ਜਿਹੜਾ ਹਰ ਤਰੀਕੇ ਨਾਲ ਬਿਲਕੁਲ ਨਜ਼ਰ ਰੱਖੇ ਮੌਸਮ ਤੇ, ਵਕਤ ਤੇ, ਕਿੱਥੇ ਸ਼ੈ ਮੈਂ ਕਿਹੜੀ ਸ਼ੈ ਦੇਣੀ ਹੈ। ਇਹ ਨਹੀਂ ਕਿ ਜੋ ਮੈਨੂੰ ਉਸਤਾਦ ਨੇ ਕਿਹਾ ਅਗਰ ਮੈਂ ਅਸੂ ਦੇ ਵਿੱਚ ਜਾਂ ਵਸਾਹੇ 'ਚ ਤੈਨੂੰ ਇਮਲੀ ਦੱਸੀ ਹੀ ਤੇ ਉਹ ਜੇਠ 'ਚ ਵੀ ਇਮਲੀ ਦਈ ਜਾਵੇ। ਬੱਦਲ ਬਹੁਤ ਜ਼ਿਆਦਾ ਨੇ, ਤੁਸੀਂ ਕਬੂਤਰਾਂ ਨੂੰ ਛੇੜਦੇ ਦਿਓ, ਤੁਹਾਡੇ ਕਿਉਂ ਨਹੀਂ ਆਉਣਾ, ਹੋ ਸਕਦਾ ਇੱਕ ਰਾਤ ਦਾ ਭਾਵੇਂ ਆਵੇ। ਹਾਂਜੀ, ਉਹ ਤਾਂ ਕਿਸਮਤ ਨਾਲ। ਜਦੋਂ ਤੁਸੀਂ ਸਾਦਾ ਖੁਰਾਕ ਤੇ ਛੱਡੋਗੇ ਤੁਹਾਡਾ ਜਾਏਗਾ ਕੋਈ, ਭਾਵੇਂ ਕਿੰਨੇ ਬੱਦਲ ਹੋਣ, ਜੋ ਮਰਜ਼ੀ ਹੋਣ। ਉਹਨੇ ਗਹਿਰਾਈ 'ਚ ਜਾਣਾ ਹੀ ਨਹੀਂ, ਉਹਨੇ ਗਵਾਜਣਾ ਕਿੱਥੋਂ? ਤੁਹਾਡੀ ਪਾਰਟੀ ਲੋ ਸਾਜੀ ਗੱਲ ਬੜੀ ਮੈਂ ਸੁਣੀ ਹੈ ਕਿ ਜਦੋਂ ਮੌਸਮ ਖਰਾਬ ਹੁੰਦਾ ਨਾ ਤੇ ਤੁਹਾਡੇ ਕਬੂਤਰ ਸਮਾਨ ਬੰਦ ਹੀ ਨਹੀਂ ਹੁੰਦੇ। ਨਹੀਂ ਨਾ, ਮਸਲ ਦੂਸਰੇ ਦੋਸਤ ਗਰਮ ਪਾਣੀ ਜੋ ਵੀ ਉਹ ਹੱਥ ਕਰਦੇ ਨੇ ਖੇਲ ਪਾਣੀ ਉਸੇ ਤੇ ਰਹਿੰਦੇ ਨੇ ਤੇ ਤੁਸੀਂ ਆਪਣਾ ਹੱਥ ਬਦਲ ਲੈਂਦੇ ਹੋ, ਸਖਤ ਖਰਾਬ ਤੇ ਆਂਦੀ ਤੂਫਾਨ ਮਸਾਂ ਕਬੂਤਰ ਥੱਲੇ ਲੜਦੇ ਰਹਿੰਦੇ ਨੇ, ਪੈਲੀਆਂ 'ਚ ਡਿੱਗਦੇ ਨੇ, ਡਿੱਗਦੇ ਨਹੀਂ ਉੱਡਦੇ ਨੇ, ਕਿਤਲੇ ਚੱਲ ਜਾਂਦੇ। ਇਹਦੇ ਤੁਹਾਡੀ ਇਹ ਹਿਕਮਤ ਅਮਲੀ ਇਹ ਵੀ ਕਿ ਤੁਸੀਂ ਬਰ ਵਕਤ ਆਪਣਾ ਜੋ ਵੀ ਕਰਨਾ ਹੁੰਦਾ ਖੇਲ ਪਾਣੀ ਕਰਨ ਵਾਲੀ ਹੈ। ਮੇਰੇ ਬਜ਼ੁਰਗਾਂ ਦੀਆਂ ਦੁਆਵਾਂ ਨੇ, ਕਾਲੀ ਕਮਲੀ ਵਾਲੇ ਦਾ ਮੇਰੇ ਤੇ ਬੜਾ ਸ਼ਾਨ ਹੈ। ਹਾਂਜੀ, ਪੰਜਾਬੀ ਦੀ ਕਹਾਵਤ ਹੈ ਗੱਲ ਵੇਲੇ ਦੀ ਤੇ ਫਲ ਮੌਸਮ ਦਾ।
ਗੱਲ ਵੇਲੇ ਦੀ ਤੇ ਫਲ ਮੌਸਮ ਦਾ ਹਾਂਜੀ ਇੰਨੀ ਗੁਫ਼ਤਗੂ ਕਰਨ ਦਾ ਮੇਰੇ ਖਿਆਲ ਦੇ ਨਾਲ ਸਾਡਾ ਮਕਸਦ ਵੀ ਇਹ ਹੀ ਹੈ, ਜਾਂ ਅਸੀਂ ਮੈਸੇਜ ਕਹਿ ਸਕਦੇ ਹਾਂ ਕਿ ਵਕਤ ਦੇ ਮੁਤਾਬਕ ਚੱਲਣਾ ਚਾਹੀਦਾ ਇਨਸਾਨ ਨੂੰ। ਸਹੀ ਇਹ ਨਾ ਕਿ ਆਕੜ ਕੇ ਆਪਣੀ ਜਗ੍ਹਾ ਤੇ ਬਹਿ ਰਹਿਣ ਜਾਂ ਆਪਣੀ ਉਸਤਾਦੀ ਦੇ ਚੱਕਰੇ 'ਚ ਹੀ ਰਹਿਣ। ਨਹੀਂ ਜੀ, ਉਹ ਟੁਰੇ ਫਿਰੇ ਇਲਮ ਹਾਸਲ ਹੁੰਦਾ ਇੱਕ ਜਗ੍ਹਾ ਬਹਿ ਕੇ ਨਹੀਂ। ਹਾਂਜੀ ਮੀਆਂ ਮੁਹੰਮਦ ਸਾਹਿਬ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਤੁਹਾਡੇ ਇੰਟਰਵਿਊ, ਸਰਕਾਰ ਫਰਮਾਉਂਦੇ ਉੱਠ ਦਿਲਾ ਚੱਲ ਡੋਲਣ ਚੱਲੀਏ, ਤੇ ਘਰ ਬੈਠੇ ਯਾਰ ਨਹੀਂ ਮਿਲਦੇ, ਤੇ ਬਿਨ ਤਕਲੀਫੋਂ ਮਿਲਦੇ ਨਹੀਂ ਜਿਹੜੇ ਮਹਿਰਮ ਰਾਜ ਨੇ ਦਿਲ ਦੇ। ਤੇ ਜੇ ਆਪ ਕੋਈ ਯਾਰ ਵੀ ਮਿਲੇ ਤੇ ਘਰੋਂ ਵੀ ਨਾ ਬਾਹਰ ਨਿਕਲੋ, ਭੁੱਖਾ ਵੀ ਨਾ ਜਾਲੀਆਂ ਬਹਿਣ। ਸਹੀ ਇੱਥੇ ਗੱਲਾਂ ਦੇ ਬੰਦੇ ਖੜਕਾਂ ਦੇ ਵਿੱਚ ਡਿੱਗਣਾ ਪੈਣਾ, ਕੱਪੜੇ ਝਾੜੀਆਂ ਨਾਲ ਪੱਟਨੇ ਨੇ, ਪੈਰੋਂ ਨੰਗੇ ਹੋ ਕੇ ਰੇਤ ਦੀ ਤੰਬਜ ਨੇ ਸਾੜਨੇ ਨੇ, ਫੇਰ ਯਾਰ ਦਾ ਦੀਦਾਰ ਹੁੰਦਾ। ਇੱਕ ਦੋ ਹਾਂ ਜੁਮਲਾ ਗਿਆ ਸੀ, ਉਹ ਮੈਨੂੰ ਬੜਾ ਯਾਦ ਹੈ ਕਿ ਕਬੂਤਰ ਭੁੱਖਾ ਨਹੀਂ ਇਸ਼ਫਾਕ ਉੱਡਦਾ ਕਦੇ। ਹਾਂਜੀ ਉਹ ਕਹਿੰਦਾ ਤਾਂ ਤੁਹਾਂ ਗਿਆ ਕਿ ਇਹ ਮੈਨੂੰ ਕੋਈ ਉਸਤਾਦ ਦੱਸੀ ਜਿਹੜਾ ਭੁੱਖਾ ਕਬੂਤਰ ਡਾਂਦਾ ਜਾਂ ਜਿਹਦਾ ਉੱਡਦਾ ਹੋਵੇ। ਹਾਂਜੀ, ਉਹਦੇ ਨਾਲ ਬਾਰੀਆਂ 3 ਹੋਣ ਤੇ ਉਹ ਜਿੱਤ ਜਾਏਗਾ। ਠੀਕ, ਜਿਹੜਾ ਪਲਟਾ ਕੇ ਭੁੱਖਾ ਕਰਕੇ ਛੱਡਦਾ, ਬਾਰੀਆਂ 11 ਹੋਣ ਤੇ ਤੁਸੀਂ ਜਿੱਤੋਗੇ। ਠੀਕ, ਪਹਿਲੀਆਂ 3 ਫਿਰਤਾਂ ਚ ਤੁਹਾਡੇ ਬਿਲਕੁਲ ਮੁਕਾ ਦੇਣੇ ਨਾ, ਕਬੂਤਰ ਨਾਲ ਲੱਗ ਜਾਣੇ। ਠੀਕ, ਚੌਥੀ ਬਾਜੀ ਤੁਹਾਡੀ ਫੋਨ ਹੋ ਜਾਣੀ, ਤੁਸੀਂ ਲੜਕਾ ਦੇਣਾ ਵੀ ਆ ਜਵਾਨਾ ਹੋਣਗਾ ਨਾ ਬਾਜੀ ਦੇ ਨਾਲ ਸਹੀ। ਲੈਣਾ ਤੂੰ ਸਾਡੇ ਕੋਲ ਕੀ ਹੈ। ਤੁਹਾਡੇ ਕਾਲੇ ਕਬੂਤਰ ਹੋਣਗੇ ਜਿੱਤਣ। ਇਹ ਉਸਤਾਦ ਜੀ ਭੁੱਖ ਤੋਂ ਮਰਾਦ ਹੈ। ਕਈ ਤੇ ਦੋਸਤ ਜਿੰਨੇ ਅੱਗੇ ਅਸੀਂ ਪਹਿਲੀ ਪਾਰਟ ਦੇ ਵਿੱਚ ਗੱਲ ਕੀਤੀ, ਬੰਦੇ ਖੁਰਾਕ ਦਿੰਦੇ ਹੀ ਨਹੀਂ, ਮਸਲਾਂ 4-5 ਗੋਲੀਆਂ ਦੇ ਕੇ ਤੇ ਦਾਣਾ ਪਾ ਛੱਡਦੇ ਨੇ। ਦਾਣੇ ਪਾਣੀ ਦਾ ਕਮਾਲ ਹੈ, ਉਹ ਦਾਣਾ ਪਾਣੀ ਕਿਹਦੇ ਕੋਲ ਆ? ਕਿਸੇ ਕੋਲ ਨਹੀਂ। ਠੀਕ, ਜੋ ਆਪਣਾ ਦਾਣਾ ਪਾਣੀ ਦੇ ਕੇ 2 ਦਾਣੇ ਵੀ ਦੇਣਗੇ, ਕਬੂਤਰ ਬਾਹਰ ਡਿੱਗ ਪਏਗਾ। ਜਿੰਨਾ ਚਿਰ ਉਹ ਕਬੂਤਰ ਇਹ ਜਿਹੜੀ ਮੋਟੀ ਵਿਛਣੀ ਕਰਦਾ, ਹਾਂਜੀ, ਅੰਦਰੋਂ ਸਾਫ਼ ਨਹੀਂ ਹੁੰਦਾ, ਉਹ ਖੁਰਾਕ ਤਾਂ ਨਹੀਂ ਨਾ ਖਿੱਚ ਸਕਦਾ। ਮੇਰੇ ਉਸਤਾਦ ਜੀ ਆਉਂਦਾ ਤੇ ਮਕਸਦ ਪਤਾ ਕਿ ਮੈਂ ਮੁਖਤਲਿਫ ਦੇਖਿਆ ਚੈਨਲ ਸੇ ਦੋਸਤ ਮੀਡੀਆ ਤੇ ਆਉਂਦੇ ਨੇ ਤੁਹਾਡੇ ਕੋਲ ਸ਼ੌਕ ਕਰਵਾਉਣ ਵਾਸਤੇ, ਜਾਂ ਫਿਰ ਤੁਹਾਡਾ ਬੇਟਾ ਜਾਫਰ ਗਨੀ, ਇਹ ਭਾਈ ਸ਼ੌਕ ਦੋਸਤਾਂ ਨੂੰ ਕਰਾਉਂਦੇ ਨੇ। ਤੁਸੀਂ ਵੀ ਗੱਲ, ਮੈਂ ਅਕਸਰ ਕਹਿੰਦਾ ਕਿ ਯਾਰ ਕੋਈ ਬੰਦਾ ਗੱਲ ਐਡੀ ਇਲਮ ਵਾਲੀ ਸ਼ਖਸੀਅਤ ਹੋਏ, ਕਾਬਲ ਬੰਦਾ ਹੋਏ, ਤੇ ਗੱਲ ਕੋਈ ਪੁੱਛਣੀ ਤੇ ਕਿਸੇ ਦੱਸਣੀ ਹੈ ਨਾ। ਵੇਖਣਾ ਹੁਣ ਅਸੀਂ ਲਾਈਵ ਗੱਲ ਕਰ ਰਹੇ ਹਾਂ, ਮੇਰੇ ਖਿਆਲ ਦੇ ਨਾਲ ਜਿੰਨਾ ਅਸੀਂ ਗੱਲ ਕਰਦੀ ਤੇ ਨਾ, ਅਗਰ ਕੋਈ ਸਮਝਦਾਰ ਹੈ ਤਾਂ ਉਹਦੇ ਵਾਸਤੇ ਬਹੁਤ ਜ਼ਿਆਦਾ ਕਾਫੀ ਹੈ। ਬਹੁਤ ਬੜੀ ਗੱਲ ਹੈ। ਤੁਸੀਂ ਅੱਗੇ ਕਹਿੰਦੇ ਹੋ ਕਿ ਭਾਈ ਇਹ ਜਿਹੜੇ ਨੇ ਕਾਸ਼ਫ ਸਾਹਿਬ ਨੇ ਤੁਹਾਡੇ ਬੇਟੇ ਜਿਹੜੇ ਨੇ, ਜਦੋਂ ਮੈਂ ਕੱਲ ਰਾਬਤਾ ਕੀਤਾ ਉਹ ਕਹਿੰਦੇ ਸੰਗ ਤੁਸੀਂ ਬੜੇ ਖੁਸ਼ਕਿਸਮਤ ਬੰਦੇ ਹੋ, ਇੰਨੀ ਗੱਲ ਤੋਂ ਅੱਜ ਤੱਕ ਕਰਦੀ ਕੋਈ ਨਹੀਂ। ਜੋ ਉਹਨਾਂ ਗੱਲਾਂ ਕਰ ਛੜੀਆਂ ਨੇ ਬੜੀਆਂ, ਉਹਨਾਂ ਗੱਲਾਂ ਰਾਤ ਖੋਲ ਦਿੱਤੇ ਨੇ, ਜਿਹੜਾ ਕਿ ਹਾਲਾਂਕਿ ਲਾਈਵ ਕਾਲ ਦੇ ਦੌਰਾਨ, ਲਾਈਵ ਇੰਟਰਵਿਊ ਦੇ ਦੌਰਾਨ ਐਸਾ ਨਹੀਂ ਕਰਨਾ ਚਾਹੀਦਾ। ਕਹਿੰਦਾ ਕੋਈ ਸਾਧਨਾਂ ਨੇ ਐਸੇ ਗੱਲਾਂ ਕਰ ਦਿੱਤੀਆਂ ਨੇ ਜਿਹੜਾ ਕੋਈ ਕਦੀ ਕਿਸੇ ਨੇ ਕਰਦੇ ਹੀ ਨਹੀਂ। ਇਹ ਤੁਹਾਡਾ ਬਹੁਤ ਖਸੂਸੀ ਸ਼ੁਕਰੀਆ ਅਸੀਂ ਅਦਾ ਕਰਦੇ ਹਾਂ ਕਿ ਤੁਸੀਂ ਸਾਡਾ ਉਹ ਗੁਜਰਾਂ ਤੋਂ ਇਹਦੇ ਆਉਣ ਦਾ ਸਾਡਾ ਮੁੱਲ ਪਾਇਆ ਤੇ ਸਾਡੇ ਨਾਲ ਤਾਵਨ ਕੀਤਾ। ਹਾਂ, ਤੇ 200 ਅਸੀਂ ਕਬੂਤਰਾਂ ਦਾ ਸ਼ੌਕ ਕਰਾਵਾਂਗੇ, ਕਿਉਂਕਿ ਉਹਦਾ ਕਬੂਤਰ ਬਰੀਡਰ ਕਬੂਤਰ ਨੇ, ਤੋਂ ਨਾ ਕਾਫੀ ਦੇਰ ਦੇ ਜਾਫਰ ਬਾਈ ਨੇ ਹੱਥ 'ਚ ਫੜੇ ਨੇ। ਕਿੱਥੇ ਆਓ ਜਰਾ, ਨਹੀਂ ਉਤਲੀ ਕਰੋ ਟਰਨ, ਬੈਗ ਇਹ ਤਾਂ ਮੇਰੇ ਕਰਾਂਗੇ। ਹਾਂਜੀ ਚਲੋ ਅੱਖ ਦਾ ਦੋਸਤੋ, ਜਿੱਥੇ ਤਾਂ ਦੱਸਿਆ ਜਾ ਕੇ ਦਾ ਰਿਜ਼ਲਟ ਕਲੀਅਰ ਆਇਆ ਨਾ, ਤਾਂ ਕਿ ਜ਼ੂਮ ਠੀਕ ਕੰਮ ਕਰਦਾ ਕਿ ਨਹੀਂ ਭਲੇ ਅੰਦਰ। ਇਹ ਜੀ ਲੱਖਾਂ ਕਬੂਤਰ ਬਰੀਡ 'ਚ ਇਹਨਾਂ ਦੀ ਆਪਣੀ ਪਹਿਚਾਣ ਆਪ ਹੈ, ਕਿਉਂਕਿ ਤੁਸੀਂ ਸਾਰੇ ਦੋਸਤ ਦੇਖਦੇ ਹੋ ਕਿ ਨਨਕਾਣਾ ਸ਼ਹਿਰ ਦੀ ਦੂਸਰੇ ਲਫ਼ਜ਼ਾਂ 'ਚ ਕਹਿ ਸਕਦੇ ਕਿ ਜਿਹੜੀ ਪਹਿਚਾਣ ਹੈ ਨਾ, ਉਹ ਲੱਖੇ ਕਬੂਤਰ ਨੇ। ਪੂਰੇ ਪਾਕਿਸਤਾਨ ਵਿੱਚ ਨਨਕਾਣਾ ਸਾਹਿਬ ਦੇ ਜਿਹੜੇ ਲੱਖੇ ਕਬੂਤਰ ਮਸ਼ਹੂਰ ਨੇ ਤੇ ਜਾਣੇ ਜਾਂਦੇ ਨੇ। ਦੋਸਤ ਦੇਖ ਸਕਦੇ ਨੇ ਕਿੱਡੇ ਕਲੀਅਰ ਰਿੰਗ ਨੇ, ਅੱਖਾਂ ਦੀ ਚਮਕ। ਜਾਫਰ ਬਾਈ ਕਿੰਨੇ ਕੁ ਉਮਰ ਹੈ ਇਹਦੀ? ਇਹਦੀ ਬਹੁਤ ਜ਼ਿਆਦਾ ਉਮਰ ਹੈ, ਕਾਫੀ। ਅੰਦਾਜ਼ਾ ਕਿੰਨੀ ਕੁ ਉਮਰ ਹੋਏਗੀ ਜੀ? ਕਿੰਨੀ ਕੁ ਉਮਰ ਹੋਏਗੀ? ਅੱਬੂ ਨੂੰ ਬਿਹਤਰ ਪਤਾ ਜੀ ਇਹਨਾਂ ਦਾ। ਪਰ ਪੱਲਾ ਇਹ ਕੰਮ 15-20 ਤੇ ਹੋਣੀ ਹੈ। ਹਾਂਜੀ, ਇਸ ਤੋਂ ਨਹੀਂ ਜ਼ਿਆਦਾ ਹੋ ਕਹਿ ਸਕਦੇ। ਸ਼ੌਕ ਕਰਨ ਵਾਲੇ ਦੋਸਤ ਦੇਖ ਸਕਦੇ ਨੇ, ਬਿਲਕੁਲ ਨਾ ਕਹਿ ਸਕਦੇ ਨਾ ਅਗਰ ਸਾਦਗੀ, ਸਾਦਾ ਜਿਹੇ ਕਬੂਤਰ ਨੇ। ਜਿਹੜੇ ਕਬੂਤਰ ਨੇ ਇਸ਼ਫਾਕ ਭਾਈ ਇਸ ਤਰ੍ਹਾਂ ਹਾਂਜੀ ਕਰੋਗਾ ਜਿਸਮ ਤੋਂ ਸਾਫ਼, ਜਿਹੜੇ ਜਿਸਮ ਤੋਂ ਸਾਫ਼ ਨੇ ਨਾ ਕਬੂਤਰ, ਹਾਂਜੀ, ਉਹ ਕਬੂਤਰ ਪਿਓਰ ਹੱਲ 'ਚ ਹੋਣਗੇ। ਜਿਹੜੇ ਕਬੂਤਰ ਬਹੁਤ ਜ਼ਿਆਦਾ ਉੱਪਰੋਂ ਗਹਿਰੇ ਹੋਣਗੇ ਨਾ, ਉਹ ਦੂਸਰੇ ਕਬੂਤਰਾਂ ਦੀ ਕਲਾਸ। ਦੂਸਰੇ ਕਬੂਤਰ ਸ਼ੌਕ ਕਰਾਓ, ਤੁਹਾਡੇ ਨਾਲ ਥੋੜਾ ਐਂਟਰੀ ਦੇਣੇ ਆ ਵਿੱਚ।
मुझे आखिरी दिखाओ ਇਹਦਾ ਬੇਟਾ ਹੈ ਹਾਂਜੀ ਦੇਖੋ ਨਾ ਇਹਦੀ ਅੱਖ ਏਡੀ ਤੇਜ਼ ਨਹੀਂ ਜਿੱਡੀ ਉਹ ਕਬੂਤਰ ਦੀ ਅੱਖ ਹੈ ਮਤਲਬ ਕਹਿ ਸਕਦੇ ਕਿ ਉਮਰ ਦੇ ਨਾਲ ਇਹਦੇ ਵੀ ਉਹ ਅੱਖ ਬਦਲ ਜਾਏਗੀ ਹਾਂਜੀ ਉਮਰ ਇਹਦੀ ਵੀ ਕਾਫੀ ਹੈ ਠੀਕ ਮਸਲਨ ਅੰਦਾਜ਼ਨ ਕੋਈ 8-10 ਸਾਲ ਤੇ ਹੈ ਇਹ 7-8 ਸਾਲ ਦਾ ਹੋਊਗਾ 8 ਸਾਲ ਦਾ ਜੇ ਕੋਈ ਦੋਸਤ ਸ਼ੌਕ ਕਰਦੇ ਨੇ ਇਸ ਲੱਖਾ ਬਰੀਡ 'ਚ ਇਹ ਵੀ ਕੁਆਲਿਟੀ ਹੈ ਕਿ ਇਹ ਕਬੂਤਰ ਤਾਂ ਆਪਣੀ ਉਮਰ ਜ਼ਾਹਰ ਨਹੀਂ ਕਰਦੇ ਹੁਣ ਵੀ ਇੰਝ ਲੱਗਦੇ ਨੇ ਵੀ ਜਿਵੇਂ ਪੱਠੇ ਨੇ ਪੱਠੀਆਂ ਪੱਠੇ ਨੇ कितना भी आखिर तरह साफ है क्लियर है वो उसको अपने बाप नालों ये पर बिल्कुल सादा जी लगते हैं क्यों जी जो अजकल मीडिया दोस्त दिखाते हैं तलवारां दे परदा चढ़ा क्यों जाफर भाई इधर करो गल तुसी नौजवान क्योंकि तुसी मीडिया नाल टच रहिंदे आए तुसी वेखना इहदा 10वां कबूतर दा पर 9वां 8वां 10वां वड्डा है इस को जिहड़ा पट्ठे दा बराबर कह सकते थोड़ा जिहा खोलो जरा हाँ जी बल्कि वड्डा ही है क्योंकि बराबर नहीं कह सकते थोड़ा जिहा बाहर निकलदा उस्ताद नाल गल कीती डॉक्टर अब्दुल गनी साहब ने कि मेरे जो उस्ताद सन उंगली दे नाल कबूतरां दे ना टिप्पां जिहड़ियां ने पर टोंदे हुंदे हन ਜਿਹੜਾ ਨਵਾਂ ਪਰ ਵੱਡਾ ਹੁੰਦਾ ਸੀ ਉਹ ਕਹਿੰਦਾ ਹੈ ਕਬੂਤਰ ਚੰਗਾ ਹੈ ਬਾਕੀ ਉਹਨਾਂ ਨੂੰ ਨਾ ਬਿਨਾਂ ਬੰਦੇ ਸਾਨੂੰ ਉਹਨੂੰ ਕਿਹੜਾ ਕੋਈ ਦਿਸਦਾ ਸੀ ਕਬੂਤਰ ਸਿਰਫ ਉਹ ਨਰਮਾਹਟ ਮਹਿਸੂਸ ਕਰ ਸਕਦੇ ਹਨ ਕਬੂਤਰਾਂ ਨੂੰ ਫੀਲਿੰਗਸ ਦੇ ਜ਼ਰੀਏ ਨਾਲ ਦੋਵੇਂ ਦੇਖੋ ਨਾ ਜਾਫਰ ਭਾਈ ਤੁਸੀਂ ਸਾਹਮਣੇ ਆਓ ਮੇਰੇ ਨਾਲ ਕੈਮਰੇ ਦੇ ਪੂਰੀ ਤੁਹਾਡੇ ਨਾਲ ਵੀ ਗੱਪਸ਼ਪ ਹੋਵੇ ਕਿਉਂਕਿ ਤੁਸੀਂ ਕੋਈ ਹੁਣ ਸਿਪਾ ਸਲਾਰ ਹੋ ਕਿਉਂ ਜੀ ਵਾਲਾ ਸਾਹਿਬ ਦੇ ਛੱਤ ਤੁਸੀਂ ਤਿਆਰ ਕੀਤੀ ਹੈ ਦੋਸਤਾਂ ਨੂੰ ਅੱਗੋਂ ਨੈਕਸਟ ਟਾਈਮ ਆਵਾਂਗੇ ਤੇ ਤੁਹਾਨੂੰ ਜਨਾਬ ਇਹ ਵੀ ਸ਼ੌਕ ਕਰਾਵਾਂਗੇ ਇਹਨਾਂ ਦੇ ਕਬੂਤਰਾਂ ਦਾ ਜੀ ਜਾਫਰ ਭਾਈ ਜਾਨ ਥੋੜੀ ਤੁਸੀਂ ਗੱਲ ਕਰਦੇ ਸੋ ਉਹ ਦੱਸੋ ਦੋਸਤਾਂ ਨੂੰ ਕੀ ਜਿਹੜੇ ਕਬੂਤਰ ਨੇ ਅਸ਼ਫਾਕ ਭਾਈ ਸਿੰਪਲ ਕਲਰ ਵਿੱਚ ਹਾਂਜੀ ਬਹੁਤ ਜ਼ਿਆਦਾ ਗੂੜੀ ਛਾਪ ਨਹੀਂ ਹੈ ਜਾਂ ਜ਼ਿਆਦਾ ਛੱਟੇ ਨਹੀਂ ਹੈ ਉਹ ਕਬੂਤਰ ਪਿਓਰ ਹਾਲਤ 'ਚ ਜਿਹੜੇ ਕਬੂਤਰਾਂ ਦੇ ਅੰਦਰ ਕ੍ਰਾਸ ਆ ਗਿਆ ਨਾ ਜੀ ਉਹਨਾਂ ਦਾ ਬਹੁਤ ਗਹਿਰੀ ਛਾਪ ਆ ਜਾਏਗੀ ਉਹਨਾਂ ਦੇ ਕਲਰ ਜਿਹੜੇ ਨਾ ਜ਼ਿਆਦਾ ਓਵਰ ਲੱਗਣਗੇ ਉਹ ਕਬੂਤਰ ਕ੍ਰਾਸ ਆ ਜਾਂਦਾ ਛਾਪ ਤੋਂ ਮਰਾ ਤੁਸੀਂ ਕਹਿ ਜਿਹਨਾਂ ਨੂੰ ਕ੍ਰਾਸ ਕਰੀਏ ਨਾ ਇੱਕ ਨਮੂਨਾ ਦਿਖਾਣਾ ਜਿਹੜਾ ਕ੍ਰਾਸ ਕੀਤਾ ਹੋਏਗਾ ਨਾ ਨਹੀਂ ਕਹਿ ਸਕਦੇ ਕਿ ਕ੍ਰਾਸ 'ਚ ਜਾਈਏ ਤੇ ਛਾਪਦਾਰ ਹੋਏ ਤਾਂ ਬਹੁਤ ਜ਼ਿਆਦਾ ਉੱਪਰੋਂ ਤੁਸੀਂ ਸਮਝ ਲਓ ਕਿ ਫੈਂਸੀ ਹੋਣਾ ਸ਼ੁਰੂ ਹੋ ਜਾਊਗਾ ਉਸ ਕੰਨਾਂ ਭਰੀਆਂ ਕਰ ਦੇਣਾ ਪੂਰੇ ਛਾਪ ਉੱਪਰ ਰੈੱਡ ਨਿਸ਼ਾਨ ਕਲਰ ਜਿਹੜਾ ਹੈ ਨਾ ਮੁਖਤਲਿਫ ਠੀਕ ਦੇਖੋ ਨਾ ਹੁਣ ਇਹ ਕਬੂਤਰ ਤੁਹਾਡੇ ਕੋਲ ਮੌਜੂਦ ਨੇ ਤੇ ਹਰ ਬੰਦੇ ਦੋਸਤ ਨੂੰ ਅੱਛੇ ਲੱਗਦੇ ਨੇ ਇਹ ਕਬੂਤਰ ਮੈਂ ਅਕਸਰ ਦੇਖੇ ਨੇ ਜਾ ਕੇ ਡਰਬੀਆਂ ਦੇ ਵਿੱਚ ਇਸ ਕਲਰ ਦੇ ਕਬੂਤਰ ਪਏ ਹੁੰਦੇ ਨੇ ਉਹਨਾਂ ਨੂੰ ਕਬੂਤਰ ਕੋ ਫੜਦਾ ਵੀ ਨਹੀਂ ਦੋਸਤ ਬਲੱਡ ਲਾਈਨ ਦਾ ਫਰਕ ਹੈ ਨਾ ਜੀ ਖੂਨ ਤੇ ਉਹ ਨਹੀਂ ਨਾ ਠੀਕ ਖੂਨ ਦਾ ਹੋਣਾ ਜ਼ਰੂਰੀ ਹੈ ਹੋ ਸਕਦਾ ਕੋਈ ਤੁਹਾਡਾ ਹੀ ਵੇਖੋ ਤੁਸੀਂ ਉਡਾਉਂਦੇ ਹੋ ਸ਼ੌਕੀਨ ਹੋ ਕਬੂਤਰ ਤੁਹਾਡਾ ਕੋ ਡਿੱਗਿਆ ਹੋਵੇ ਕੋਈ ਪੱਟੀ ਬਟਨ ਦੇ ਦੇ ਤੋਂ ਕਬੂਤਰ ਲੋਕਾਂ ਨੇ ਇਸ ਕਲਰ ਦੇ ਬਹੁਤ ਸਾਰੇ ਲੋਕਾਂ ਨੇ ਤਿਆਰ ਕਰ ਲਏ ਨੇ ਹੋ ਸਕਦਾ ਇਹਨਾਂ ਤੋਂ ਵੀ ਬਹੁਤ ਅੱਛੇ ਤਿਆਰ ਕਰਦੇ ਹੋਣ ਠੀਕ ਲੇਕਿਨ ਇਹ ਖੂਨ ਨਹੀਂ ਹੈ ਉਹਨਾਂ ਕੋਲ ਇਹ ਬਲੱਡ ਲਾਈਨ ਨਹੀਂ ਹੈ ਠੀਕ ਕ੍ਰਾਸ ਤੋਂ ਕ੍ਰਾਸ ਅੱਗੇ ਕਰੀ ਜਾ ਰਹੇ ਨੇ ਨਹੀਂ ਬਲੱਡ ਲਾਈਨ ਦਾ ਵੇਖੋ ਨਾ ਅੱਜ ਕੱਲ੍ਹ ਮੈਂ ਅਕਸਰ ਦੋਸਤ ਦੇਖਦਾ ਹੁੰਦਾ ਮੀਡੀਆ ਦੇ ਉੱਤੇ ਬੜਾ ਬਲੱਡ ਲਾਈਨ ਦਾ ਲਫ਼ਜ਼ ਇੱਕ ਇਸਤੇਮਾਲ ਕੀਤਾ ਜਾ ਰਿਹਾ ਤੁਹਾਡੇ ਵੇਖੋ ਨਾ ਵਾਲਾ ਸਾਹਿਬ ਨੇ ਉਹਨਾਂ ਦੀ ਉਮਰ ਤਜਰਬਾ ਦੱਸਦਾ ਪਿਆ ਕੋਈ ਕਿੰਨੀ ਦੇਰ ਤੋਂ ਇਸ ਸ਼ੋਬੇ ਨਾਲ ਵਾਪਸ ਮੁਨਸਲਿਕ ਨੇ ਹੁਣ ਤੁਹਾਡੀ ਉਮਰ ਮਾਸ਼ਾਅੱਲਾ ਮੇਰੇ ਖਿਆਲ ਥੋੜ੍ਹੀ ਉਮਰ ਹੈ ਹਲੇ ਨੌਜਵਾਨ ਹੋ ਤੁਸੀਂ ਬਲੱਡ ਦੀ ਗੱਲ ਕਰੋ ਤੁਹਾਡੀ ਕਿਸੇ ਨੇ ਗੱਲ ਸੁਣਨੀ ਉਹਨਾਂ ਕਹਿੰਦੇ ਦੀ ਉਮਰ ਕੀ ਹਾਲੇ ਅਤੇ ਇਹ 15-20 ਸਾਲ ਦਾ ਬਲੱਡ ਲਾਈਨ ਦਾ ਹੋਵੇ ਕਿ ਅਗਰ ਤੁਹਾਡੇ ਨਰ ਜਾਂ ਮਾਦੀ ਹੈ ਥੋੜ੍ਹੀ ਦੇਰ ਤੱਕ ਬਲੱਡ ਲਾਈਨ ਉਹੀ ਤਾਂ ਭੁੱਲ ਜਾਂਦੇ ਹਾਂ ਫਰਜ਼ ਕਰੋ ਕਿ ਆਮ ਬੰਦਾ ਵੇ ਉਹਦਾ ਕਬੂਤਰ ਇੱਕ ਉੱਡਦਾ ਬੜਾ ਅੱਛਾ ਆਊਟ ਕਲਾਸ ਉੱਡਦਾ ਹਰ ਮੌਸਮ ਬੱਦਲ ਨੇਰੀ ਬਾਰਿਸ਼ ਹੀ ਉੱਡ ਕੇ ਆਉਂਦਾ ਉਸੇ ਦੌਰਾਨ ਹੀ ਨਾਲ ਉਹਦੀ ਮਾਦੀ ਹੁੰਦੀ ਇੱਕ ਮਤਲਬ ਇੱਕ ਛੱਤ ਦੇ ਨਰ ਮਾਦੀ ਨੇ ਉਹ ਆਊਟ ਕਲਾਸ ਰਿਜ਼ਲਟ ਦੇ ਮਾਲਕ ਨੇ ਬਾਜ਼ੀਆਂ 'ਚ ਉੱਡਦੇ ਨੇ ਅਗਰ ਉਹ ਪੇਅਰ ਅਪ ਕਰਦੇ ਨੇ ਉਹ ਜੋੜੇ ਨੂੰ ਅੱਗੇ ਲਾ ਕੇ ਵਧਾਉਂਦੇ ਨੇ ਅਤੇ ਉਹ ਖੁਦ ਕਫੀਲ ਬਣ ਸਕਦੇ ਨੇ ਕਿ ਬਜਾਏ ਕਿ ਉਹ ਪੈਸਿਆਂ ਦੇ ਬੋਰੀਆਂ ਲੈ ਕੇ ਤੇ ਬਲੱਡ ਲੱਭਣ ਨੂੰ ਲੱਗੇ ਫਿਰਨ ਉਹੀ ਬਣ ਸਕਦੇ ਕਿਉਂ ਜੀ ਮੇਰੇ ਖਿਆਲ ਦੇ ਨਾਲ ਨਾ ਮੈਂ ਤੁਹਾਨੂੰ ਕਹਿਣਾ ਕਿ ਮੇਰੇ ਮੁਤਾਬਕ ਜਿਹੜਾ ਅਸੀਂ ਵੀ ਸ਼ੌਕੀਨ ਹਾਂ ਤੁਸੀਂ ਵੀ ਸ਼ੌਕੀਨ ਹੋ ਅੱਛਾ ਆਪਣਾ ਕਬੂਤਰ ਕੋਈ ਦਿੰਦਾ ਨਹੀਂ ਬੰਦਾ ਭਾਵੇਂ ਜਿੰਨਾ ਮਰਜ਼ੀ ਪੈਸੇ ਦੇ ਦਿਓ ਜੇ ਤਾਂ ਸ਼ੌਕੀਨ ਹੈ ਕੋਈ ਜ਼ਰੂਰਤਮੰਦ ਹੋਏ ਤਾਂ ਕੋਈ ਮਜਬੂਰੀ ਨਾ ਹੋਵੇ ਕੋਈ ਅਜ਼ਮਾਇਸ਼ ਪਾਈਏ ਬੰਦੇ ਨੂੰ ਕੋਈ ਪਾਰਾ ਵੇਲਾ ਕੋਈ ਬੰਦਾ ਸੇਲ ਕਰ ਦਿੰਦਾ ਕੋਈ ਚੋਰੀ ਚੁੱਕ ਲੈਂਦਾ ਮੇਰੀ ਗੱਲ ਨੂੰ ਫਾਲੋ ਕਰਦੇ ਹੋਵੇ ਮੈਂ ਵੀ ਵੇਖਣਾ ਇੰਨੀ ਦੇਰ ਮੀਡੀਆ 'ਤੇ ਕੰਮ 'ਤੇ ਕਰਨੇ ਆ ਜਿਹੜੇ ਸ਼ੌਕੀਨ ਬੰਦੇ ਨੇ ਮਰਨੋਂ ਮਰ ਜਾਂਦੇ ਨੇ ਆਪਣਾ ਕੋਈ ਅੱਛਾ ਕਬੂਤਰ ਨਹੀਂ ਦਿੰਦੇ ਤੁਸੀਂ ਖੋਹ ਸਕਦੇ ਹੋ ਚੋਰੀ ਕਰ ਸਕਦੇ ਹੋ ਇਸ ਸੂਰਤ 'ਚ ਨਾ ਤੁਹਾਡੇ ਕੋਲ ਆ ਜਾਣਾ
ਕਹਿਣ ਦਾ ਮਕਸਦ ਹੈ ਕਿ ਮੀਡੀਆ ਦੇ ਵੇਖੋ ਤੁਸੀਂ ਦੇਖਦੇ ਹੋ ਗੱਲਾਂ, ਮੇਰਾ ਮਕਸਦ ਹਮੇਸ਼ਾ ਥੋੜਾ ਨਾ ਮੇਰੀ ਉਹ ਜਿਹੜੀ ਤਬੀਅਤ ਹੈ ਨਾ, ਇੱਕ ਲਫ਼ਜ਼ ਇੰਗਲਿਸ਼ ਵਿੱਚ ਇਸਤੇਮਾਲ ਕਰੀਦਾ ਰੈਬਲ, ਰੈਬਿਲੀਅਨਸ ਹੁੰਦੇ ਨੇ ਬਗਾਵਤ ਕਰਨ ਵਾਲੇ। ਸਾਰਾ ਜ਼ਮਾਨਾ ਇੱਕ ਪਾਸੇ ਟੁਰੀ ਆਉਂਦਾ ਸੀ, ਭੱਜੀ ਆਉਂਦੇ ਆ ਜੀ ਬਲੱਡ ਲਾਈਨ। ਕੀ ਬਲੱਡ ਲਾਈਨ ਨੂੰ ਅਸੀਂ ਕਹਿ ਸਕਦੇ ਹਾਂ? ਵੇਖੋ ਨਾ ਤੁਹਾਡੇ ਹੱਥ ਦੇ ਵਿੱਚ ਕਬੂਤਰ ਨੇ, ਤੁਹਾਡੇ ਵਾਲਦ ਸਾਹਿਬ ਨੇ, ਉਹਨਾਂ ਦਾ ਮਿਹਨਤ ਦੀ ਉਮਰ ਹੈ, ਤਜਰਬਾ ਹੈ, ਤੁਸੀਂ ਉਹਨੂੰ ਮਹਿਫੂਜ਼ ਕੀਤਾ ਹੈ। ਤੁਸੀਂ ਮੁਹਤਾਜ ਨਹੀਂ ਕਬੂਤਰਾਂ ਦੇ, ਤੁਹਾਡੇ ਕੋਲ ਇਹ ਨਹੀਂ ਮੁੱਕਣੇ, ਇਹ ਤੁਹਾਡੇ ਕੋਲ ਕਬੂਤਰ ਲੈ ਜਾਣ। ਦੇਖੋ ਤੁਹਾਡੇ ਵਾਲਦ ਸਾਹਿਬ ਦੀ ਮਿਹਨਤ, ਤਜਰਬਾ, ਮਿਹਨਤ, ਰਿਆਜ਼ਤ ਹੋ, ਤੁਹਾਨੂੰ ਕਿਤੇ ਹੋਰ ਛੱਤ 'ਤੇ ਮੈਂ ਜਾ ਕੇ ਬਿਠਾ ਦਿਆਂ ਗੁਜਰਾਂ ਵਾਲੇ ਜਾ ਕੇ, ਮੈਂ ਜਾਫਰ ਗਨੀ ਸਾਹਿਬ ਤੁਸੀਂ ਇੱਥੇ ਆਪਣੀ ਪਰਫਾਰਮੈਂਸ ਵਿਖਾਓ, ਮਜ਼ਾ ਤੇ ਤਦੇ ਤੁਸੀਂ ਉੱਥੇ ਪਰਫਾਰਮੈਂਸ ਕਰੋ। ਪਰਫਾਰਮੈਂਸ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਤੇ ਆਲਰੇਡੀ ਪਹਿਲੇ ਹੀ ਮੇਰੇ ਵਾਲਦ ਸਾਹਿਬ ਨੇ ਮੁਖਤਲਿਫ ਛੱਤਾਂ 'ਤੇ ਜਾ ਕੇ ਦਿਖਾ ਕੇ ਹਾਂ, ਨਹੀਂ ਵੇਖੋ ਨਾ, ਮੈਂ ਕਬੂਤਰ ਕੋਈ ਵੀ ਹੋਵੇ ਹਾਂਜੀ ਉਡਾਉਣਾ ਹੀ ਕਮਾਲ ਹੈ। ਬਿਲਕੁਲ ਮੇਨ ਚੀਜ਼ ਇਹ ਹੈ, ਮੈਂ ਮਕਸਦ ਤੁਹਾਡਾ ਲੱਖ ਕਬੂਤਰਾਂ ਰਿਲੇਟਡ ਸਵਾਲ ਸੀ, ਮੈਂ ਇਸ ਲਈ ਗੱਲ ਓਵਰਆਲ ਗੱਲ ਕਰ ਲਓ। ਨਹੀਂ ਓਵਰਆਲ ਗੱਲ ਕਰ, ਤੁਹਾਡੇ ਤੇ ਗੱਲ ਕਰੀਏ ਤਾਂ ਲੋਕਾਂ ਕੋਲ ਇਸ ਕਲਰ ਮੌਜੂਦ ਜ਼ਰੂਰ ਹੈ ਹਾਂਜੀ, ਲੇਕਿਨ ਉਹਨਾਂ ਕੋਲ ਜਿਹੜੇ ਮੇਰੇ ਵਾਲਦ ਸਾਹਿਬ ਨੇ ਕਬੂਤਰ ਤਿਆਰ ਕੀਤੇ ਨੇ ਉਸ ਦੇ ਲੈਵਲ ਦੇ ਕਬੂਤਰ ਨਹੀਂ ਹੈ ਉਹਨਾਂ ਕੋਲ। ਲੱਖ ਕਲਰ ਜ਼ਰੂਰ ਹੈ ਉਹਨਾਂ ਕੋਲ, ਲੇਕਿਨ ਉਹਨਾਂ ਨੇ ਸਾਰਾ ਜੋ ਪੂਰੇ ਪਾਕਿਸਤਾਨ 'ਚ ਚੱਲ ਰਿਹਾ ਹੈ, ਨਾਮ ਚੌਧਰੀ ਸਕੀ ਸਾਹਿਬ ਦਾ ਚੱਲ ਰਿਹਾ ਹੈ, ਮੀਆਂ ਨਜ਼ੀਰ ਸਾਹਿਬ ਦਾ, ਉਹਨਾਂ ਨੇ ਉਹ ਸਾਰੇ ਕਬੂਤਰੋਂ ਕ੍ਰਾਸ ਕਰਕੇ ਉਹਨਾਂ ਦਾ ਬਲੱਡ ਉਹ ਚਲਾ ਗਿਆ, ਲੇਕਿਨ ਕਲਰ ਇਹ ਚੱਲਦਾ ਪਿਆ ਲੱਖ। ਅੱਛਾ, ਮੇਰੀ ਰਿਸਰਚ ਦੇ ਮੁਤਾਬਕ ਜਿਹੜਾ ਕਬੂਤਰ ਵਾਹਦ ਨੇ ਆਇਆ, ਇਹਨਾਂ ਨਾਲ ਤੁਸੀਂ ਕਾਲੀ ਲਾਣੀ ਹੈ, ਇਹਨਾਂ ਆਪਣਾ ਰੰਗ ਕੱਢਣਾ ਹੈ, ਜਾਲਦਾਰ ਲਾਓਗੇ ਆਪਣਾ ਰੰਗ ਕੱਢਣਗੇ, ਕਾਲਾ ਲਾਓਗੇ ਆਪਣਾ ਰੰਗ ਕੱਢਣਗੇ, ਇਹ ਆਪਣਾ ਰੰਗ ਤੋੜਦੇ ਨੇ। ਕੀ ਇਹ ਗੱਲ ਠੀਕ ਹੈ? ਬਿਲਕੁਲ, ਇਹ ਆਪਣਾ ਰੰਗ ਨਹੀਂ ਛੱਡਣਗੇ। ਜੇ ਵਾਹਦ ਨਸਲ ਦੂਸਰੇ ਵੀ ਕਬੂਤਰ ਨੇ ਚੱਪੜੇ ਨੇ, ਲੇਕਿਨ ਅੱਜ ਕੱਲ੍ਹ ਦੇ ਮੌਜੂਦਾ ਫੈਸ਼ਨੀ ਕਬੂਤਰਾਂ 'ਚ ਇਹ ਗੱਲਾਂ ਨਹੀਂ ਹੈ। ਜਦੋਂ ਨਸਲਦਾਰ ਕ੍ਰਾਸ ਕਰਦੇ ਨੇ ਨਾ, ਕਿਉਂਕਿ ਮੇਰੇ ਕੋਲ ਵੀ ਕਬੂਤਰ ਨੇ ਇਸ ਬਲੱਡ ਲਾਈਨ ਦੇ ਵਿੱਚ ਕਬੂਤਰ ਆਪਣੇ ਉਸ ਸੁਨਹਿਰੀ ਦਾ ਮੈਂ ਨਾਮ ਦਿੱਤਾ, ਕਿਉਂਕਿ ਇਹਨਾਂ ਕਬੂਤਰਾਂ ਨੂੰ ਤੁਸੀਂ ਬਣਾਏ ਨੇ ਮੁਖਤਲਿਫ ਮਾਦੀਆਂ ਨਾਲ ਲਾਈਦਾ, ਕਾਲੀ ਨਾਲ ਵੀ ਲਾ ਦਿੱਤਾ ਤੇ ਨਾ ਆਪਣਾ ਬੱਚਾ ਲੱਖਾਂ ਜ਼ਰੂਰ ਕਰਦਾ। ਇਹ ਇੱਕ ਸਮਝਦੇ ਹੋ ਕਿ ਖਾਸ ਕੁਆਲਿਟੀ ਇਸ ਕਬੂਤਰ ਦੇ ਵਿੱਚ, ਖਾਸ ਕੁਆਲਿਟੀ ਹੈ, ਇਹ ਆਪਣਾ ਕਲਰ ਨਹੀਂ ਛੱਡਦੇ। ਠੀਕ, ਤੁਸੀਂ ਜਿੰਨਾ ਮਰਜ਼ੀ ਇਹਨਾਂ ਨੂੰ ਕ੍ਰਾਸ ਕਰ ਦਿੱਤਾ ਜਾਵੇ ਨਾ ਜੀ, ਤੁਸੀਂ ਇਹਨਾਂ ਨੂੰ ਇੱਕ ਕਾਲੀ ਮਾਦੀ ਨਾਲ ਅਟੈਚ ਕੀਤਾ, ਬੱਚਾ ਲੱਖਾਂ ਨਿਕਲਿਆ, ਉਹਨੂੰ ਫਿਰ ਇੱਕ ਚੀਨੀ ਮਾਦੀ ਨਾਲ ਲਗਾਤਾ, ਬੱਚਾ ਫਿਰ ਲੱਖਾਂ ਨਿਕਲਿਆ, ਉਹਨੂੰ ਅਗਰ ਤੁਸੀਂ ਸਫੇਦ ਮਾਦੀ ਨਾਲ ਲਗਾ ਦੋ, ਬੱਚਾ ਫਿਰ ਲੱਖਾਂ ਨਿਕਲ ਆਏਗਾ। ਕਿਤਨੇ ਕ੍ਰਾਸ ਖਾ ਗਿਆ, ਲੇਕਿਨ ਉਹਨੇ ਬੈਕ ਦਾ ਆਪਣਾ ਕਲਰ ਲੱਖਾਂ ਨਹੀਂ ਛੱਡਦਾ, ਇਹ ਕਲਰ ਨਿਕਲਦਾ ਹੀ ਰਹਿਣਾ। ਇਸ ਗੱਲ ਤੇ ਤੁਸੀਂ ਕਦੀ ਗੌਰ ਕੀਤਾ? ਇਹ ਬਸ ਨਸਲ ਚੱਲਦੀ ਆ ਰਹੀ ਹੈ। ਨਹੀਂ ਵੇਖੋ ਨਾ, ਹੁਣ ਇਹ ਵੀ ਇੱਕ ਨਸਲ ਦੀ ਖਸੂਸੀਅਤ ਹੈ। ਮੈਂ ਬਜ਼ੁਰਗ ਸਾਥੀਦਾਰ ਨੂੰ ਬੜਿਆਂ ਨੂੰ ਪੁੱਛਿਆ ਸੀ, ਸਵਾਲ ਕੀਤਾ ਇੱਕ ਹੋਰ ਚੀਜ਼ ਵੀ ਹੈ ਇਸ਼ਫਾਕ ਭਾਈ, ਕਿ ਅਗਰ ਜਿਹੜਾ ਕਲਰ ਬੱਚਾ ਨਿਕਲਦਾ ਨਾ, ਜਿਹੜਾ ਲੱਖਾਂ ਕਲਰ ਨਹੀਂ ਨਿਕਲਦਾ, ਹੋਰ ਰੰਗ 'ਚ ਨਿਕਲਦਾ, ਉਹਨੂੰ ਅਗਰ ਤੁਸੀਂ ਰੰਗਦਾਰ ਨਹੀਂ ਅਟੈਚ ਕਰੋ, ਚਾਹੇ ਇਸੇ ਬਲੱਡ ਲਾਈਨ ਦਾ ਹੀ ਹੋਏ, ਉਹ ਲੱਖੇ ਨਹੀਂ ਕੱਢੇਗਾ, ਉਹ ਰੰਗਦਾਰ ਹੀ ਕੱਢੇਗਾ। ਮਸਲਾ ਗੋ ਫਰਜ਼ ਕਰੋ ਇਹਨਾਂ ਕੋਈ ਗੋਲਡਨ ਜਾਂ ਕੋਈ ਹੋਰ ਨਸਲ। ਮੈਂ ਗੱਲ ਕਰਦਾ ਕਿ ਤੁਸੀਂ ਇੱਕ ਜੋੜਾ ਲਗਾਇਆ, ਉਹ 'ਚ ਬੱਚਾ ਨਿਕਲਿਆ ਸਲਾਰਾ ਕਾਲੇ ਪੱਲੇ, ਇੱਕ ਬੱਚਾ ਨਿਕਲ ਆਇਆ ਸ਼ਾਸਰਾ ਕਲਦੁੰਬਾ, ਬਿਲਕੁਲ ਉਹਦੇ ਪੱਲੇ ਕਾਲੇ ਨਹੀਂ ਹੈ, ਲੇਕਿਨ ਤੁਸੀਂ ਇੱਕ ਵਕਤ ਦੇਖਿਆ ਕਿ ਉਹਨਾਂ ਨੂੰ ਜੋੜਾ ਲਗਾ ਦਈਏ, ਇੱਕ ਨਰ ਨਿਕਲਿਆ ਇੱਕ ਮਾਦੀ ਨਿਕਲੀ, ਤੁਸੀਂ ਉਸ ਨੂੰ ਆਪਸ 'ਚ ਜੋੜਾ ਲਗਾ ਦਿੱਤਾ। ਹਾਂਜੀ, ਬਜ਼ਾਤੇ ਖੁਦ ਇੱਕ ਥਰਡ ਪਾਰਟੀ ਦਾ ਬੰਦਾ ਆਇਆ, ਤੁਸੀਂ ਉਹਨੂੰ ਨਹੀਂ ਦੱਸਦੇ ਕਿ ਇਹ ਕਿਸ ਨਸਲ ਤੋਂ ਹੈ, ਉਹਦੇ ਵਾਸਤੇ ਆਮ ਕਬੂਤਰ ਹੈ। ਹਾਂਜੀ, ਆਮ ਦੂਸਰੇ ਕਬੂਤਰ ਜਿਹੜੇ ਆ ਰਹੇ ਨੇ, ਚਾਹੇ ਉਹ ਚੋਈ ਸਕੀ ਸਾਹਿਬ ਕੋਈ ਜਾਂ ਮੀਆਂ ਸਾਹਿਬ ਕੋ ਆਏ, ਕਿਸੇ ਦੇ ਵੀ ਹੋਣ, ਤੁਸੀਂ ਕੋਈ ਵੀ ਹੋਣ, ਉਹਨਾਂ ਨੂੰ ਤੁਸੀਂ ਆਪਸ 'ਚ ਜਦੋਂ ਕ੍ਰਾਸ ਕਰ ਦਿੱਤਾ, ਉਹਨਾਂ ਦੇ ਬੱਚੇ ਲੱਖੇ ਨਹੀਂ ਨਿਕਲਣੇ, ਉਹ ਨਿਕਲਣੇ ਫਿਰ ਦੂਸਰੇ ਕਲਰਾਂ ਦੇ, ਸਲਾਰਾ, ਚੀਨਾ, ਚਪੜਾ, ਕੋਈ ਹੋਰ ਕਲਰ ਦੇ ਨਿਕਲਣੇ ਸ਼ੁਰੂ ਹੋ ਜਾਣ। ਠੀਕ, ਇਹ ਤਜਰਬਾ ਤੁਸੀਂ ਕੀਤਾ? ਬਿਲਕੁਲ। ਤੇ ਇਹ ਤੁਹਾਡੇ ਹੱਥ ਹੀ ਕਬੂਤਰ ਨੇ, ਤੁਸੀਂ ਕੀ ਇਹਨਾਂ ਦੇ ਮੁਤਲਕ ਆਪਣੀ ਰਾਏ ਦਿਓਗੇ? ਜਦ ਤੱਕ ਮੈਂ ਇਹਨਾਂ ਨੂੰ ਤਕਰੀਬਨ 8-9 ਸਾਲ ਹੋ ਗਏ ਨੇ ਮੇਰੇ ਸ਼ੌਕ ਦੇ ਵਿੱਚ, ਮੈਂ ਇਹਨਾਂ ਦੀ ਪਰਫਾਰਮੈਂਸ ਹਮੇਸ਼ਾ ਬਿਹਤਰ ਤੋਂ ਬਿਹਤਰ ਹੀ ਦੇਖੀ ਹੈ, ਔਰ ਬਾਜ਼ ਕਾਰ ਤੇ ਇਹਨਾਂ ਕਬੂਤਰਾਂ ਦੀ ਵਜ੍ਹਾ ਤੋਂ ਅਸੀਂ ਪਹਿਲੀ ਪੋਜੀਸ਼ਨ ਦੀ ਪਕੜ ਦੀ ਹੋਣ ਦੀ ਵਜ੍ਹਾ ਤੋਂ ਵੀ ਪਿੱਛੇ ਆਏ ਹਾਂ। ਉਹਦੀ ਵਜ੍ਹਾ ਕਿ ਕਬੂਤਰ ਅਕਸਰ ਇਤਨੀ ਕੜਵਾਹਟ ਖਾਂਦੇ ਨੇ, ਆਪਸ ਦੇ ਵਿੱਚ ਅੜ ਜਾਂਦੇ ਨੇ ਕਿ ਬੈਠਦੇ ਨਹੀਂ ਹੈ, ਰਾਤ ਨੂੰ ਇਹਨਾਂ ਦਾ ਬੈਠਣਾ ਮੁਸ਼ਕਿਲ ਹੋ ਜਾਂਦਾ। 3 ਤੋਂ 4 ਸੀਜ਼ਨ, 3 ਸੀਜ਼ਨ ਤਾਂ ਮੈਂ ਐਸੇ ਦੇਖੇ ਹੋਏ ਨੇ ਕਿ ਜਿਨ੍ਹਾਂ ਵਿੱਚ ਅਸੀਂ ਪਹਿਲੇ 2 ਦਿਨ 3 ਦਿਨ ਪਹਿਲੀ ਪੋਜੀਸ਼ਨ 'ਚ ਜਾ ਰਹੇ ਹਾਂ, ਔਰ ਬਾਅਦ 'ਚੋਂ ਪੋਜੀਸ਼ਨ ਪਿੱਛੇ ਚਲੇ ਜਾਂਦੇ। ਉਹਦੀ ਵਜ੍ਹਾ ਕਿ ਸਾਡੇ ਕਬੂਤਰ ਉਸ ਟਾਈਮ ਨਹੀਂ ਬੈਠਦੇ ਕਿ ਰਾਤ। ਇਹਨਾਂ 'ਚ ਜਾਫਰ ਭਾਈ ਕੋਲ 2-3 ਪੁਆਇੰਟਸ ਨੇ, ਦੇਖੋ ਨਾ ਦੋਸਤ, ਇਹ ਵੇਖੋ ਨਾ ਕਿਸੇ ਨਾਲ ਕੋਈ ਅਗਰ ਕੋਈ ਸ਼ੌਕ ਨਾਲ ਦੇਖਦਾ ਪਿਆ ਨਾ, ਉਹਨਾਂ ਦੇ ਇਹ ਮਸਲੇ ਕਿ ਕੋਈ ਅੱਛੀ ਗੱਲ ਦੇਖੀਏ। ਜੀ, ਇੱਕ ਕਬੂਤਰ ਹੈ ਲਾਈਟ ਵੇਟ ਜੀ, ਦੂਸਰੇ ਕਬੂਤਰਾਂ ਨਸਲਾਂ ਨਾਲ ਇਹਨਾਂ ਦੇ ਮੁਨਫਰਦ ਦੀ ਗੱਲ, ਮੁਨਫਰਦ ਚੀਜ਼ ਇਹਨਾਂ ਦੀ ਇਹ ਹੈ ਜੀ ਕਿ ਕਬੂਤਰ ਆਪਣੇ ਆਪ ਨੂੰ ਰਿਕਵਰ ਬਹੁਤ ਜਲਦੀ ਕਰਦੇ। ਬਿਲਕੁਲ, ਲਾਈਟ ਵੇਟ ਤੋਂ ਇਲਾਵਾ ਇਹ ਕਬੂਤਰ ਦਾਣਾ ਪਾਣੀ ਦੇ ਨਾਲ ਬਹੁਤ ਛੋੜਦੇ ਨੇ, ਰਿਕਵਰ ਬਹੁਤ ਜਲਦੀ ਕਰਦੇ ਨੇ, ਔਰ ਜਿਹੜਾ ਦੋਸਤ ਇਹਨਾਂ ਉੱਤੇ ਖੇਲ ਪਾਣੀ ਅਜ਼ਮਾਉਂਦੇ ਨੇ ਨਾ, ਇਸ ਖੇਲ ਪਾਣੀ ਨੂੰ ਬਰਦਾਸ਼ਤ ਕਰਦੇ ਨੇ, ਇਹਨਾਂ ਦੇ ਅੰਦਰ ਕੂਵਤ ਤੇ ਬਰਦਾਸ਼ਤ ਜ਼ਿਆਦਾ ਹੈ। ਇਸ ਟਰਮ ਨੂੰ ਅਸੀਂ ਦੂਸਰੇ ਤਰੀਕੇ ਨਾਲ ਅਸੀਂ ਕਹਿੰਦੇ ਕਿ ਰੇਸ ਤੇ ਬ੍ਰੇਕ। ਹਾਂਜੀ, ਮਸਲਨ ਇਹਨਾਂ ਨੂੰ ਕੋਈ ਦੂਸਰਾ ਗੇਅਰ ਲਾਣਾ ਤੇ ਨਾ ਦੂਸਰਾ ਵਹਾਣਾ ਗੇਅਰ,
ਫਸਟ ਵੀਲ ਦਾਣਾ ਹੈ, ਜਿਵੇਂ ਗੱਡੀ ਦਾ ਗੇਅਰ ਨਹੀਂ ਬਦਲੀ ਦੇ ਚਾਹੁੰਦੇ ਉਸ ਤਰ੍ਹਾਂ ਚੱਲਣਗੇ, ਇਹ ਗੱਲ ਨੂੰ ਮੰਨਦੇ ਨੇ। ਕਿਉਂ ਜੀ? ਇਹ ਦਾਣਾ ਪਾਣੀ ਤੇ ਜ਼ਿਆਦਾ ਉੱਡਦੇ ਨੇ। ਹੁਣ ਫਰਜ਼ ਕਰੋ ਅਗਰ 40 ਟੈਂਪਰੇਚਰ ਤੋਂ 45 ਤੇ ਟੁਰ ਗਏ ਨੇ, ਤੇ ਤੁਸੀਂ ਅਗਰ ਨਹੀਂ ਇਹਨਾਂ ਨੂੰ ਸ਼ਾਮ ਤੇ ਲਿਜਾਣਾ ਚਾਹੀਦਾ, ਤੁਹਾਨੂੰ ਪਤਾ ਹੈ ਕਿ ਹੁਣ ਮੌਸਮ ਬਦਲ ਗਿਆ, ਤੁਸੀਂ ਇਹਨਾਂ ਨੂੰ ਸਾਦੇ ਅਗਰ ਆਪਣਾ ਸਾਦਗੀ ਨਾਲ ਛੱਡ ਦਿੰਦੇ, ਨਹੀਂ ਦਾਣਾ ਪਾਣੀ ਖੇਲ ਪਾਣੀ ਕਰਦੀ ਹੈ, ਫਿਰ ਵੀ ਕਬੂਤਰਾਂ ਘਰ ਹੀ ਬੈਠ ਕੇ। ਇਹਨਾਂ ਦੀ ਸਭ ਤੋਂ ਜਿਹੜੀ ਮੁਨਫਰਦ ਚੀਜ਼ ਨਾ, ਜਿਹਨਾਂ ਦੀ ਪਾਗਲਪਨ ਨਹੀਂ ਹੈ, ਇਹਨਾਂ ਦੀ ਵਾਪਸੀ ਹੈ। ਬਿਲਕੁਲ, ਇਹ ਬੇਤਹਾਸ਼ਾ ਜ਼ੋਰ ਨਹੀਂ ਲਗਾਉਂਦੇ। ਹਾਂਜੀ, ਜੇ ਦੂਸਰੀ ਨਸਲਾਂ 'ਚ ਕਬੂਤਰ ਲਾਉਂਦੇ ਨੇ, ਨਸਲਾਂ ਦੇ ਕਬੂਤਰ ਜਿਹੜੇ ਨੇ ਉਹਨਾਂ ਨੇ ਇੱਕ ਰੂਟੀਨ ਫੜ ਲਈ ਹੁੰਦੀ ਹੈ ਕਿ ਜ਼ੋਰ ਲਾ ਕੇ ਬੈਠਣਾ ਜਾਂ ਆਪ ਨਹੀਂ ਜਾਂ ਅਗਲਾ ਨਹੀਂ। ਬਿਲਕੁਲ, ਉਹ ਮਾਲਕ ਉਡੀਕਦਾ ਹੀ ਰਹਿ ਜਾਂਦਾ, ਵਿਚਾਰੇ ਘਰ ਨਹੀਂ ਆਉਂਦੇ। ਇਹਨਾਂ 'ਚ ਇਹਨਾਂ ਨੇ ਵਾਪਸੀ ਕਰ ਲੈਣੀ ਹੈ। ਅਗਰ ਇਹਨਾਂ ਦੀ ਖਰਾਬੀ ਆ ਗਈ ਨਾ ਜੀ, ਟਾਈਮ ਇਹਨਾਂ ਥੋੜਾ ਚਾਹੇ ਆਪਣਾ ਘਟਾ ਜਾਣ, ਲੇਕਿਨ ਘਰ ਵਾਪਸੀ ਕਰ ਜਾਣੀ ਹੈ। ਪਾਗਲਪਨ ਸੀ ਯਾਰ, ਉਹ ਨਹੀਂ ਹੈ, ਪਾਗਲਪਨ ਨਹੀਂ ਹੈ ਜਿਵੇਂ ਮੈਂਟਲ ਕਬੂਤਰ ਉਹ ਕੋਈ ਕਿਸਮ ਨਹੀਂ ਹੈ। ਕਈ ਦੋਸਤ ਬੜਾ ਫਖਰ ਸਮਝ ਲਓ ਜੀ, ਸਾਡਾ ਬੱਦਲ ਨਾ ਹੁੰਦੇ, ਹਨੇਰੀ ਨਾ ਪੈਂਦੀ, ਸਾਡੇ ਕਬੂਤਰ ਘਰ ਹੀ ਬਹਿਣੇ ਹਨ। ਮੌਸਮ ਚਾਹੇ ਚੇਂਜ ਹੋ ਜਾਏ, ਕਬੂਤਰ ਫੌਰਨ ਜ਼ਾਹਰ ਹੋ ਜਾਂਦੇ ਨੇ। ਮੌਸਮ ਚੇਂਜ ਹੋ ਗਿਆ ਕਬੂਤਰ ਤੇ ਹੋ ਕੇ ਜਿਵੇਂ ਹਰ ਰੰਗ ਤੇ ਹਰ ਨਸਲ 'ਚ ਕਬੂਤਰ ਉੱਡਣਾ ਚਾਹੀਦਾ। ਐਵੇਂ ਕਬੂਤਰ ਵੀ ਪ੍ਰਵਾਜ਼ੀ ਹੋਵੇ ਜਿਹੜਾ ਹਰ ਮੌਸਮ ਇਹਨਾਂ ਵਿੱਚ ਦੀ ਵਾਪਸੀ ਸਭ ਤੋਂ ਕਰੇ। ਜਿਹੜੀ ਇੱਕ ਅੱਛੀ ਕੁਆਲਿਟੀ ਸੀ ਦੇਖਦੇ ਨੇ ਜੀ, ਇਹ ਕਬੂਤਰ ਸ਼ਾਮ ਟਾਈਮ ਜਿਸ ਟਾਈਮ ਮਗਰਬ ਤੋਂ ਥੋੜਾ ਟਾਈਮ ਰਹਿ ਜਾਂਦਾ, ਕਬੂਤਰ ਆਪਣੇ ਆਪ ਨੂੰ ਸ਼ੋਅ ਕਰ ਜਾਂਦੇ। ਅਸਰ ਔਰ ਮਗਰਬ ਦੇ ਦਰਮਿਆਨ ਸਾਹਮਣੇ ਇਹਨਾਂ ਨੇ ਲਾਜ਼ਮੀ ਆ ਜਾਣਾ। ਉਸ ਤੋਂ ਬਾਅਦ ਇਹ ਬੈਠਣ ਜਾਂ ਨਾ ਬੈਠਣ ਉਹ ਮਾਲਕ ਦੀ ਨਸੀਬ ਨੇ, ਕਿ ਅਗਰ ਉਹ ਕਬੂਤਰ ਨਹੀਂ ਬੈਠਦੇ ਰਾਤ ਨੂੰ, ਅੰਧੇਰੇ ਦੇ ਨਹੀਂ ਲੱਗੇ ਹੋਏ, ਤੇ ਫਿਰ ਸਾਰੀ ਗੱਲ ਨਹੀਂ ਬੈਠਣਾ। ਜਿਨ੍ਹਾਂ ਦੇ ਲੱਗ ਚੁੱਕੇ ਉਹਨਾਂ ਦੇ ਫਿਰ ਬੜੇ ਤਸੱਲੀ ਨਾਲ ਆ ਕੇ ਬੈਠਦੇ ਰਹੇ ਨੇ। ਦੋਸਤ ਪੁੱਛਦੇ ਨੇ ਬਈ ਜੀ ਇਹਨਾਂ ਦੀ ਹਿਸਟਰੀ ਕੀ ਹੈ? ਕਿਉਂ ਜੀ ਡਾਕਟਰ ਸਾਹਿਬ, ਬੜੇ ਦੋਸਤ ਸਵਾਲ ਵੀ ਕਰਦੇ ਨੇ ਕਿ ਇਹਨਾਂ ਦੀ ਕੀ ਤਾਰੀਖ ਹੈ ਕਬੂਤਰਾਂ ਦੀ, ਬਾਇਓਡੇਟਾ ਕਿੰਜ ਬਣੇ ਨੇ ਕਬੂਤਰ, ਜਿਹਨੂੰ ਅਸੀਂ ਹਾਲੇ ਹੁਣ ਹੀ ਜ਼ਿਕਰ ਕਰਦੇ ਉਸ ਉੱਤੇ। ਛੋੜ ਦੇं ਠੀਕ ਹੈ। ਇਹ ਤਕਰੀਬਨ ਅੱਜ ਤੋਂ ਨਾ ਸਨ 77-76 ਦੀ ਗੱਲ ਹੈ। ਹਾਂਜੀ, ਇੱਥੇ ਨਾਲ ਇੱਕ ਪਿੰਡ ਹੈ ਮਾਸਲੇ ਦੇ, ਉਹਨਾਂ ਦੇ ਬੱਚਾ ਜੰਮਦਾ ਸੀ, 6 ਘੰਟੇ ਤੋਂ ਹੋ ਗਏ ਮਰ ਜਾਂਦਾ ਸੀ ਠੀਕ ਮਾਰ ਕੇ। ਮੈਂ ਉਹਨਾਂ ਨੂੰ ਕਿਹਾ ਮੈਂ ਤੇਰੀ ਬਿਜਲੀ ਦਾ ਇਲਾਜ ਕਰਨਾ, ਮੱਝ ਲਾਂਗਾ। ਉਹਨਾਂ ਕਹਿੰਦੇ ਮੱਝਾਂ 2 ਲੈ ਲਿਓ ਤੇ ਸਾਡਾ ਵਿਹੜੇ 'ਚ ਨਾ ਬੱਚਾ ਖੇਡੇ। ਉਹ ਮੈਂ ਟ੍ਰੀਟ ਆ ਗਿਆ ਬਣਾ ਕੇ ਦੇ ਦਿੱਤਾ, ਦਵਾਈ ਦੇ ਦਿੱਤੀ, ਅੱਲਾ ਕੀਤਾ, ਬੱਚਾ ਜੰਮ ਪਿਆ। 6 ਘੰਟੇ ਦਾ ਹੋ ਗਿਆ, ਜਿਹੜਾ ਉਹ ਆਖਰੀ ਉਹਨਾਂ ਦਾ ਮੌਕਾ ਸੀ। ਉਹ ਕਹਿੰਦੇ ਰੋਡ ਪਿੱਟਣ ਬੈਠੇ, ਮੈਨੇ ਹੁਣੇ ਮਰ ਜਾਣਾ। ਠੀਕ, ਕਿਸਾ ਮੁਕਸਰ ਕੇ ਬੱਚਾ 20 ਦਿਨ ਦਾ ਹੋ ਗਿਆ। ਉਹਨਾਂ ਮੇਰਾ ਵਿਸਰਾ ਲਿਆਦਾ ਬਣਾ ਕੇ, ਉਹਨਾਂ ਕਹਿੰਦੀ ਆਪਣੀ ਮੱਝ ਲੈ ਲਓ। ਮੈਂ ਕਿਹਾ ਨਹੀਂ, ਦੂਸਰਾ ਜੰਮ ਲੈ ਦਿਓ। ਦੂਸਰਾ ਬੱਚਾ ਪੈਦਾ ਹੋ ਗਿਆ, ਮੈਂ ਕਹਿੰਦੀ ਹੁਣ ਆਣ ਕੇ ਲੈ ਲਓ। ਮੈਂ ਨਹੀਂ, ਤੀਸਰਾ ਵੀ ਜੰਮ ਲੈਣ ਦਿਓ, 3 ਤੁਹਾਡੇ ਮਰੇ ਆ। ਠੀਕ, ਜਦੋਂ ਤੀਸਰਾ ਆਇਆ ਨਾ, ਫਿਰ ਅਸੀਂ ਮੱਝ ਲੈਣ ਵਾਸਤੇ ਗਏ। ਨਿੱਕਾ ਜਿਹਾ ਉਹਨਾਂ ਦਾ ਖੋਡਾ ਸੀ, ਉਹਦੀ ਕਬੂਤਰੀ ਨਿਕਲ ਆਈ। ਮੈਂ ਕਿਹਾ ਕਬੂਤਰੀ ਲਿਆ ਕੇ ਵਿਖਾਓ, ਮੈਂ ਫੜ ਲਈ। ਇਹਦੀ ਸਿਫਤ ਕੀ ਸੀ? ਜਿੱਥੇ ਉਹ ਮਾਲਕ ਰਹਿੰਦੇ ਸਨ, ਉਹਨਾਂ ਦੇ ਨਾਲ ਹੀ ਇੱਕ ਪਿੰਡ ਸੀ ਕਿਲੋਮੀਟਰ ਤੇ, ਉੱਥੇ ਬਾਜੀ ਲੱਗਣੀ ਤੇ ਰਾਤ ਨੂੰ ਉਹਨਾਂ ਲੈ ਜਾਣੀ, ਸਵੇਰੇ ਮੋਹਰ ਲਾ ਕੇ ਛੱਡ ਦੇਣੀ। ਸ਼ਾਮ ਨੂੰ ਉਹਨੇ ਬਹਿਣਾ ਉੱਥੇ ਹੀ, ਆਪਣੇ ਅਸਰ ਘਰ ਨਹੀਂ ਸੀ ਬਹਿੰਦੇ। ਠੀਕ, ਜਦੋਂ ਅਸਰ ਘਰ ਵਾਲਿਆਂ ਦੀ ਬਾਜੀ ਲੱਗਣੀ, ਉੱਥੋਂ ਉਹਨਾਂ ਲੈ ਆਉਣੀ, ਲਿਆ ਕੇ ਖੋਡੇ ਤਾਰ ਕੇ ਸਵੇਰ ਨੂੰ ਮੋਹਰ ਲਾ ਕੇ ਛੱਡਣੀ। ਫਿਰ ਉਹਨੇ ਉੱਧਰ ਨਹੀਂ ਸੀ ਜਾਂਦੀ, ਉਹ ਇੱਧਰ ਜਿੱਥੋਂ ਉੜਦੀ ਸੀ ਉੱਥੇ ਹੀ ਬਹਿੰਦੀ ਸੀ। ਐ ਉਹਦੀ ਸਿਫਤ ਸੀ। ਇੱਥੋਂ ਹੀ ਮੇਰੇ ਕੋਲ ਨਸਲ ਵਧੀ ਹੈ। ਬੰਦੇ ਜਿੰਨੀ ਇਹਨਾਂ ਡੰਗਰ ਆ, ਬਹੁਤ ਕਮਾਲ ਦੇ ਕਬੂਤਰ। ਜੇ ਗਵਾਉਣਾ ਹੈ ਤੇ ਮਾਲਕ ਨੇ ਆਪਣੀ ਗਲਤੀ ਤੋਂ ਗਵਾਉਣਾ, ਉਹਦੇ ਗਵਾਜਦੇ ਨਹੀਂ। ਕੋਈ ਘਾਟੇ ਵਾਧੇ ਨਾਲ ਜਾਂ ਕੋਈ ਬੱਦਲ ਹਨੇਰੀ ਨਾਲ ਨਾ ਕੋਈ ਟੁੱਟ ਜਾਵੇ। ਹਾਂਜੀ, ਮੈਂ ਕੋਈ ਘਾਟੇ ਵਾਧੇ ਨਾਲ, ਬੱਦਲ ਹਨੇਰੀ ਨਾਲ, ਤੂਫਾਨ ਕੋਈ ਪੀ ਪੈ ਗਈ ਹੈ, ਰਾਤ ਰਹਿ ਗਿਆ। ਹਾਂ, ਸਵੇਰ ਨੂੰ ਆ ਜਾਂਦੇ। ਠੀਕ, ਬੜੇ ਸਮਝਦਾਰ ਨੇ, ਬੜੀ ਜ਼ਿਆਦਾ ਰਾਤ ਰਹੇ ਨੇ। ਸਾਰੇ ਮੁਲਕ ਨੂੰ, ਸਾਡੇ ਨਨਕਾਣੇ ਨੂੰ ਪਤਾ, ਰਾਤ ਰਹਿ ਜਾਂਦੇ। ਸਵੇਰੇ ਸਵਖਤੇ 5 ਵਜੇ ਇਹਨਾਂ ਉੱਤੇ ਛੱਤ ਤੇ ਆੜ ਕੇ ਉੱਡਣ ਦਾ ਬਣਾ। ਮਸਲਾ ਕਿ ਜ਼ਾਇਆ ਹੋਣ ਦੀ ਰੇਸ਼ੋ ਬੜੀ ਘੱਟ ਇਹਨਾਂ ਦੀ। ਬਹੁਤ ਘੱਟ, ਜ਼ਿਆਦਾ ਨਹੀਂ ਹੁੰਦੇ। ਠੀਕ, ਹਾਂ ਦੇਖਿਆ ਤੁਹਾਡੇ ਕਬੂਤਰ ਹੀ ਮੁਖਤਸਰ ਜਿਹੇ ਨੇ, ਥੋੜੇ ਜਿਹੇ ਕਬੂਤਰ ਨੇ, ਇਹਨੇ ਬੜੀ ਤਾਦਾਦ ਹੈ, ਜਿਹਨੇ ਕੋਈ 400-500 ਨਹੀਂ ਆ। ਅਸੀਂ ਨਹੀਂ ਲਾਦੇ। ਕੰਮ ਦਾ ਜਾਨਵਰ ਹੋ ਗਏ ਨਾ ਜੀ, ਤੇ ਇਹ ਹੀ ਨਹੀਂ ਮੁੱਕਦੇ। ਹਾਂਜੀ, ਮਾਲਕ ਜਿਹੜਾ ਇਹਨਾਂ ਨੂੰ ਸਮਝਦਾ ਹੋਵੇ, ਇਹ ਨਹੀਂ ਵੀ ਉਹ ਵਿਚਾਰੇ ਕੋਈ ਮੰਨ ਜਾਂਦੇ, ਕੋਈ ਦੇਖਦੀ ਹੈ ਕਿ ਹੋਣਾ ਹੀ ਹੈ। ਨਰ ਕੇ ਸਾਲ ਆਇਆ ਸੀ ਤੁਸੀਂ? ਮਾਦੀ ਜਾਲਦਾਰ ਸੀ ਜ਼ੈਲਦਾਰ, ਤੇ ਨਰ ਜਿਹੜਾ ਸੀ ਉਹ ਨਾਲ ਲਾਖਾ ਸੀ। ਉਹਦੀ ਪੌਂਦ ਵਧੀ ਤੇ ਫਿਰ ਅੱਗੋਂ ਸਾਰੇ ਤੁਸੀਂ ਬਰੀਡ ਬਣਾਈ। ਹਾਂਜੀ, ਹਾਂ, ਤੇ ਤੁਸੀਂ ਇੱਕ ਦੱਸ ਦੱਸੋ ਕਿ ਬਾਜ਼ੋ ਕਾ ਤੇ ਕਬੂਤਰ ਆਪਣੀ ਬੈਕ ਮਾਰਦੇ ਨੇ, ਜਾਲਦਾਰ ਜਿਹੜੇ ਨੇ ਜਿੰਜ ਦੀ ਮਾਦੀ ਸੀ। ਜਿਹੜੇ ਝਪਰੇ ਜਾਲਦਾਰ ਨਿਕਲਦੇ ਨੇ, ਉਹਨਾਂ ਦਾ ਪਰਿਵਾਰ ਬਹੁਤ ਜ਼ਿਆਦਾ, ਲਾਖੇ ਨਾਲੋਂ ਵੀ ਜ਼ਿਆਦਾ ਪਰਿਵਾਰ। ਠੀਕ, ਮਸਲਨ ਜਿਹੜੇ ਉਹ ਆਪਣੀ ਬੈਕ ਮਾਰਦੇ, ਬਹੁਤ ਤਗੜੀ ਪਰਿਵਾਰ ਦੇ ਮਾਲਕ ਨੇ ਉਹ। ਠੀਕ, ਹਾਂਜੀ, ਉਹ ਤੁਸੀਂ ਰੱਖ ਲੈਂਦੇ ਹੋ, ਫਿਰ ਅੱਗੋਂ ਦੂਸਰੇ ਉਡਾਣ ਦੇ ਕਰਦੇ। ਹਾਂਜੀ, ਰੱਖ ਲੈਂਦੇ। ਉਸਤਾਦ ਜੀ ਬਾਜਰੇ ਦਾ ਇੱਕ ਲਫ਼ਜ਼ ਇੱਕ ਦੋਸਤ ਨੇ ਮੈਨੂੰ ਬੜਾ ਕਿਹਾ ਸੀ ਕਿ ਤੁਸੀਂ ਕਿਸੇ ਅੱਛੇ ਕਾਬਲ ਉਸਤਾਦ ਕੋਲ ਜਾਓਗੇ ਨਾ,
ਇਹ ਜ਼ਰੂਰ ਪੁੱਛਣਾ ਹੈ ਕਿ ਬਾਜਰੇ ਦਾ ਕਬੂਤਰ ਜਿਹੜਾ 200 ਉਡਾਉਂਦੇ ਨੇ, ਕਿਆ ਵਾਕਈ ਕਾਰੀਗਰੀ? ਕੁਝ ਕਹਿੰਦੇ ਨੇ ਕਿ ਇੱਕ ਰਾਏ ਦੇ ਦਾਂਗੇ ਬਾਜਰਾ ਕਬੂਤਰ ਡੇਗਦਾ ਵੇ। ਦੇਖੋ ਬਾਜਰਾ ਜਿਹੜਾ ਨਾ, ਕੁਝ ਉਸਤਾਦਾਂ ਦੀ ਰਾਏ ਕਿ ਬਾਜਰੇ ਦਾ ਜਿਹੜਾ ਕਬੂਤਰ ਬਣਿਆ ਹੁੰਦਾ ਨਾ ਉਹੀ ਕਾਮਯਾਬ ਕਬੂਤਰ ਹੁੰਦਾ ਜਿਹਦੇ ਕਿਸੇ ਨੂੰ ਉਡਾਉਣਾ ਹੁੰਦਾ ਹੋਵੇ। ਨਹੀਂ ਐਵੇਂ ਗੱਲ ਨਾ। ਤੁਹਾਡੀ ਕੀ ਰਾਏ ਵੇ ਇਸ ਮੁੱਦਲ? ਮੇਰੀ ਰਾਏ ਹੈ ਕਿ ਬਾਜਰਾ ਇਹਨਾਂ ਦੀ ਖੁਰਾਕ ਹੈ। ਠੀਕ। ਘੋੜੇ ਵੀ ਥੋੜੇ ਜਿਹੇ ਇਹਨਾਂ ਦੀ ਖੁਰਾਕ ਹੈ। ਠੀਕ ਹੈ ਨਾ। ਤੇ ਥੋੜੇ ਜਿਹਾ ਮੋਠੇ ਤੇ ਮਕਈ ਵੀ ਇਹਨਾਂ ਦੀ ਖੁਰਾਕ ਹੈ। ਬਿਲਕੁਲ। ਮਕਈ ਜਿਹੜੀ ਹੈ ਇਹ ਵਿਟਾਮਿਨ ਪੂਰੇ ਕਰਦੀ ਹੈ ਜਿਸਮ ਦੇ, ਪਿਆਸ ਨਹੀਂ ਲੱਗਣ ਦਿੰਦੀ। ਤੁਹਾਨੂੰ ਅੱਜ ਮੈਂ ਖੋਲ ਕੇ ਵੱਡੀ ਗੱਲ ਦੱਸਦਾ। ਠੀਕ। ਮਕਈ ਨਾ ਕਬੂਤਰ ਨੂੰ ਠੰਡਿਆ ਕਰਨ ਦੀ ਲੋੜ ਹੀ ਕੋਈ ਨਾ, ਉਹ ਪਾਣੀ ਮੰਗਦਾ ਨਾ, ਗੱਲ ਲੰਬਾ। ਕਬੂਤਰ ਉੱਡਦਾ ਹੀ ਬਹੁਤ ਜ਼ਿਆਦਾ। ਮਤਲਬ ਕੁਦਰਤ ਨੇ ਐਸੀ ਕੁਆਲਿਟੀ ਰੱਖੀ ਕਿ ਉਹਦੇ ਵਿੱਚ ਅੱਲਾ ਪਾਕ ਨੇ ਆਗਾ ਗਲੂਕੋਜ਼ ਪਾਇਆ ਹੈ ਮੱਕੀ ਦੇ ਵਿੱਚ। ਹਾਂਜੀ। ਯਾਨੀ ਪਿਆਸ ਨਹੀਂ ਲੱਗਣ ਦਿੰਦਾ। ਮਤਲਬ ਜਿਹੜਾ ਬੰਦਾ ਮਕਈ ਦਿੰਦਾ ਜਾਂ ਦਾਣੇ 'ਚ ਪਾਉਂਦਾ ਉਹਨੂੰ ਕੋਈ ਲੋੜ ਨਹੀਂ ਕਿਸੇ ਜ਼ਮਾਨੇ ਦੀ ਕੁਛ ਹੈ। ਨਾ ਨਹੀਂ ਕਿਆ ਅਗਰ ਥੋੜਾ ਬਹੁਤ ਕੋਈ ਚੀਜ਼ ਦੇਣੀ ਵੀ ਪੈ ਜੇ ਤਾਂ ਦੇ ਦੇ ਬੰਦਾ। ਕੋਈ ਇੱਕ ਦੋਸਤ ਬਾਰ-ਬਾਰ ਸਵਾਲ ਪੁੱਛਦੇ ਨੇ ਵੀ ਚਲੋ ਇਹਨਾਂ ਨੂੰ ਇੱਕ ਦੱਸ ਹੀ ਦਿਓ। ਇਹ ਪਹਿਲੀ ਕਾਲਜ ਵੀ ਆਏ ਸਨ, ਕਹਿੰਦੇ ਹਾਂ ਜੀ ਇਹ ਚਨੇ ਤੇ ਮਕਈ ਦਾ ਕੀ ਰਾਜ ਹੈ, ਤੁਸੀਂ ਕਬੂਤਰ ਉਡਾ ਕੇ ਦਵਾਉਂਦੇ? ਇੱਥੇ ਆ ਜਾਣ ਫਿਰ ਉਹਨੂੰ ਮੈਂ ਦੱਸ ਦਿਆਂਗਾ। ਹੁਣ ਐਵੇਂ ਰਾਵਾਂ 'ਚ ਤੇ ਫਨ ਨਹੀਂ ਤੁਰਿਆ ਫਿਰਦਾ ਨਾ। ਨਹੀਂ ਇਹ ਸਾਜ ਹੁਣ ਇਹ ਤੁਹਾਡੀ ਕਹਿ ਸਕਦੇ ਟ੍ਰੇਨਿੰਗ ਹੈ ਨਾ ਬੇਟਾ, ਨਾ ਮੈਂ ਉਹਦੀ ਟ੍ਰੇਨਿੰਗ ਕਰਦਾ ਨਹੀਂ। ਇਹ ਬੜੀ ਔਖੀ ਮੰਜ਼ਿਲ ਮੈਂ ਪਾਈ ਹੈ। ਇਹ ਹੁਣ ਸਾਰੇ ਰਾਤ ਮੈਂ ਨਹੀਂ ਖੋਲਦਾ। ਮੈਂ 2 ਦਿਨ ਗੱਲਾਂ ਤੁਹਾਡੇ ਨਾਲ ਬਹੁਤ ਖੋਲ ਦਿੱਤੀਆਂ। ਠੀਕ। ਇਹ ਮੈਨੂੰ ਪਤਾ ਵੀ ਇਹ ਕੀ ਰਾਜ ਹੈ। ਇਹ ਮੱਕੀ ਵਾਲਾ ਅੱਜ ਤੱਕ ਰਾਜ ਕਿਸੇ ਮੈਂ ਕਿਸੇ ਨੂੰ ਦੱਸਿਆ ਨਹੀਂ। ਠੀਕ। ਇਹ ਤੁਹਾਨੂੰ ਪਹਿਲੇ ਸ਼ਖਸ ਤੁਸੀਂ ਜੇ ਤੇ ਆਖਰੀ ਸ਼ਖਸ ਵੀ ਤੁਸੀਂ ਜੇ। ਮੈਂ ਇਹ ਸਵਾਲ ਕਿਸੇ ਨਾਲ ਕਰਦਾ ਨਹੀਂਗਾ। ਇਸ ਨਵੀਅਤ ਦੇ ਉੱਤੇ ਇਹਨਾਂ ਖੁਰਾਕ ਦੇ ਮੁਤਲਕ ਕੋਈ ਬੰਦਾ ਮੇਰੇ ਨਾਲ ਸਵਾਲ ਇਹਨੇ ਕਰੇ ਮੈਂ ਨਹੀਂ ਮੈਂ ਛੋਟਾ ਭਾਈ ਹਾਂ ਇਹਨਾਂ ਦਾ। ਹਾਂਜੀ। ਅੱਜ ਤੋਂ ਲੱਗ ਕੇ ਮਤਲਬ ਜਿਉਂ ਹੋ ਸੰਭਲੀ ਆ ਬਿਲਕੁਲ ਇਹਨਾਂ ਨੇ ਇਸ ਮੌਜੂ ਤੇ ਨਹੀਂ ਆਉਣ ਤੁਸੀਂ ਨਾ ਆਸਾ ਹੀ ਆਉਣ ਦਿੱਤਾ। ਠੀਕ। ਰਾਤ ਸਾਡੇ ਦਿਲ 'ਚ ਹੁੰਦੇ ਨੇ ਕਾਫੀ, ਲੇਕਿਨ ਭਾਈ ਵੱਡੇ ਨੇ ਗੱਲ ਕਰਨੀ ਦੀ ਜੋ ਕਰਨੀ। ਠੀਕ। ਉਸਤਾਦ ਜੀ ਬਹੁਤ ਤੁਹਾਡਾ ਮੈਂ ਨਾ ਕਹਿੰਦਾ ਖਸੂਸੀ ਸ਼ੁਕਰਗੁਜ਼ਾਰ ਹਾਂ। ਮੈਂ ਮਿਹਰਬਾਨੀ। ਤੁਹਾਡੇ ਨਾਲ ਮੇਰਾ ਪਿਆਰ ਇਹ ਅੱਜ ਦਾ ਨਹੀਂ ਕੋਈ ਬੜੇ ਅਰਸੇ ਦਾ ਹੈ ਤੇ ਮੈਂ ਦਿਲੋਂ ਇਹ ਕਰਕੇ ਆਇਆ ਸਾਂ ਕਿ ਮੈਂ ਅਗਰ ਜਾਣਾ ਨਾ ਉੱਥੇ ਨਨਕਾਣਾ ਸਾਹਿਬ। ਦੇਖੋ ਜੀ ਤੁਸੀਂ ਬਜ਼ੁਰਗੀ ਦੀ ਹਾਲਤ ਵਿੱਚ ਹੋ। ਵੱਡੀਆਂ 2-3 ਗੱਲਾਂ ਦੇ ਨਾਲ ਗੋਣੀਆਂ ਇਹ ਐਸੇ ਉਗਦੇ ਨੇ ਹਾਂਜੀ ਜਿਹੜੇ ਕਿਸੇ ਕੋ ਖੋਲ ਨਹੀਂ ਸਕਦੇ। ਬਿਲਕੁਲ। ਮੈਂ ਤੁਹਾਨੂੰ ਬੇਲਾ ਜੀ ਦੇ ਖੋਲ ਦਿੱਤੇ ਕਿਉਂਕਿ ਉਸਤਾਦ ਜੀ ਫਨ ਇੱਕ ਐਸੀ ਗੱਲ ਹੈ ਇਹ ਸਾਡੀ ਮਿਰਾਸ ਹੈ। ਸਮਝੋ ਕਿ ਸਾਰਾ ਕੁਝ ਇਹੀ ਹੈ। ਦੱਸਦਾ ਜੇ ਕੋਈ ਨਹੀਂ ਦੱਸਦਾ ਬਿਲਕੁਲ। ਤੇ ਨਾ ਹੀ ਦੱਸਣ ਦੇ ਕਾਬਲ ਹੁੰਦੇ ਨੇ ਸਭ। ਜਾਂਦੇ ਨੇ ਰਾਹ ਮੈਲੇ ਹੋ ਜਾਂਦੇ ਨੇ, ਕੋਈ ਬੰਦਾ ਨਾ ਹੀ ਨਹੀਂ ਲੈਂਦਾ। ਹਾਂਜੀ। ਇਹ ਵੀ ਉਸਤਾਦ ਜੀ ਚਲੋ ਇੱਕ ਤੁਸੀਂ ਦੱਸੋ ਨਾ ਕਿ ਕਿਆ ਵਾਕਈ ਜਿਹੜੇ ਅੱਜ ਕੱਲ੍ਹ ਦੇ ਸ਼ਾਗਿਰਦ ਨੇ ਨਾ ਮੁਰਾਦ ਜਿਹਨੂੰ ਕਹਿੰਦੇ ਨੇ ਉਸਤਾਦ ਕਿਉਂ ਐਡੇ ਸਖਤ ਹੋ ਜਾਂਦੇ ਨੇ ਆਪਣਾ ਫਨ ਜਾਂ ਟ੍ਰਾਂਸਫਰ ਕਰਕੇ? ਦੇਖੋ ਨਾ ਕਰਦੇ ਹੀ ਟੱਕਾ ਨੇ ਸਾਲ ਨਹੀਂ ਕੱਢਦੇ ਉਸਤਾਦਾਂ ਨਾਲ ਬਾਜੀ ਲਾਉਣ ਤੁਰ ਪੈਂਦੇ। ਕਾਬਲ ਨਹੀਂ ਹੁੰਦੇ। ਹਿਕਮਤ ਉਸਤਾਦ ਜੀ ਮੈਨੂੰ ਇਹ ਗੱਲ ਯਾਦ ਆ ਗਈ, ਭੁੱਲ ਗਈ ਹੈ। ਮੈਨੂੰ ਸਵਾਲ ਤੁਹਾਨੂੰ ਸਭ ਤੋਂ ਪਹਿਲੋਂ ਕਰਨਾ ਚਾਹੀਦਾ ਸੀ ਕਿਉਂਕਿ ਅਕਸਰ ਮੈਂ ਆਪਣੀ ਪੋਸਟ 'ਚ ਕਰਦਾ। ਹਿਕਮਤ ਵੇਖੋ ਨਾ ਹੁਣ ਕਿਉਂ ਅੱਜ ਦੇ ਦੌਰ ਦੇ ਵਿੱਚ ਅਗਰ ਕਦੀਮ ਹਿਕਮਤ ਦੇਖੀ ਨਾ ਉਸਤਾਦਾਂ ਨੇ ਆਪਣੇ ਨਾ ਨੁਕਸੇ ਦੱਸੇ ਨਹੀਂ ਕਿਸੇ ਨੂੰ, ਉਹ ਕਬਰਾਂ 'ਚ ਲੈ ਕੇ ਚਲੇ ਗਏ ਨੇ। ਦੋਸਤ ਕਹਿੰਦੇ ਨੇ ਕਿ ਹਿਕਮਤ ਇਸ ਤੋਂ ਡਾਕਟਰ ਐਮਬੀਬੀਐਸ ਕੋਈ ਨੁਸਖਾ ਉਹਨੇ ਫਟਾਫਟ ਐਂ ਕਾਗਜ਼ ਫੜ ਕੇ ਲੈ ਕੇ ਤੁਹਾਡੇ ਹੱਥ ਫੜਾ ਦੇਣਾ ਵੀ ਆਹ ਟੀਕਾ ਲਾਓ, ਐ ਕਰੋ ਐ ਕਰੋ। ਜਦੋਂ ਹਕੀਮ ਕੋਈ ਗੱਲ ਤੁਹਾਨੂੰ ਦੱਸੇਗਾ ਨਾ ਹਾਂਜੀ ਉਹ ਬੰਦਾ ਬਹੁਤ ਛੇਤੀ ਮੁਖਾਲਫ ਹੋਏਗਾ ਆਪਣੇ ਉਸਤਾਦਾਂ ਨਾਲ। ਡਾਕਟਰ ਦਾ ਕਿਸੇ ਕੀ ਕਰ ਦੇਣਾ ਬਈ। ਬਿਲਕੁਲ। ਉਹਨੇ ਲਿਖਤਾ ਵੀ ਇਹਨੂੰ 3 ਗੋਲੀਆਂ ਏਵਲ ਦੇ ਖੁਰਕ ਨਹੀਂ ਹੁੰਦੀ। ਠੀਕ। ਤੇ ਜੇ ਹਕੀਮ ਏਵਲ ਦੀ ਦਵਾਈ ਬਣਾ ਕੇ ਦੇ ਉੱਤੇ ਟਾਈਮ ਲੱਗਣਾ। ਬਿਲਕੁਲ। ਇਹਦੇ ਤੇ ਪੈਸੇ ਵੀ ਨਹੀਂ ਲੱਗੇ, ਏਵਲ ਨੇ ਕੰਟਰੋਲ ਕਰ ਦੇਣਾ। ਖੁਰਕ ਨਹੀਂ ਹੋਣੀ ਕਿਉਂ ਜੀ ਨਾ ਧੱਫੜ ਪੈਣਾ। ਮਸਲ ਇਹ ਅਸੀਂ ਆਪਣੀ ਜਿਹੜਾ ਗੱਲਾਂ ਨਾਲ ਦੁਬੇ ਲਭਾਵ ਹੈ ਕਿ ਜਿਹੜੀ ਹਿਕਮਤ ਹੈ ਉਹਦੇ 'ਚ ਉਸਤਾਦ ਉਹਨਾਂ ਨੂੰ ਕਿ ਨਾ ਅੱਛੇ ਜਾਂ ਕਾਬਲ ਸ਼ਾਗਿਰਦ ਨਹੀਂ ਮਿਲੇ ਜਾਂ ਅੱਛੇ ਇਨਸਾਨ ਨਾਲ ਨਹੀਂ ਵਾਹ ਪਿਆ। ਗੱਲ ਦੱਸਣਾ, ਫਰੂਕਾਬਾਦ ਮੇਰਾ ਸ਼ਾਗਿਰਦ ਸੀ, ਫੌਤ ਹੋ ਗਿਆ। ਇੱਕ ਬੰਦੇ ਕੋਲ ਨੁਸਖਾ ਸੀ ਸ਼ੂਗਰ ਦਾ। ਠੀਕ। ਉਹਨੇ ਕਿਹਾ ਜੀ ਮੈਂ 15,000 ਰੁਪਇਆ ਲਾਂਗਾ, ਮੈਂ ਨੁਸਖਾ ਦੱਸ ਦੇਣਾ। ਮੈਂ ਕਿਹਾ ਆ ਜਾ ਯਾਰ। ਅੱਛਾ। ਦੱਸ ਦੇ। ਉਹ ਇੱਥੇ ਆਣ ਕੇ ਬੰਦਾ ਬਹਿ ਗਿਆ, ਦੂਸਰਾ ਉਹਦੇ ਨਾਲ ਦਾ ਇੱਥੇ ਬਹਿ ਗਿਆ। ਉੱਤੋਂ ਮੇਰਾ ਸ਼ਾਗਿਰਦ ਫਰੂਕਾਬਾਦੋਂ ਆ ਗਿਆ, ਥਣਦਾਰ ਸੀ ਉਹ। ਠੀਕ। ਉਹ ਆਂਦਾ ਸੁਣਾਓ ਮੁਰਸ਼ਦ ਕੀ ਹਾਲ ਹੈ? ਮੈਂ ਕਿਹਾ ਅੱਲਾ ਜੀ ਰਹਿਮਤ। ਮੈਂ ਕਿਹਾ ਯਾਰ ਬੰਦਾ ਸੱਦਿਆ, ਇਹਦੇ ਕੋਲ ਸ਼ੂਗਰ ਦਾ ਨੁਸਖਾ ਹੈ ਤੇ 15,000 ਰੁਪਇਆ ਮੰਗਦਾ। ਉਹਨੇ ਕਿਹਾ ਦੱਸ ਮੇਰੇ ਉਸਤਾਦਾਂ ਨੂੰ 15,000 ਮੇਰੇ ਕੋਲ ਲੈਣਾ। ਉਹਨੇ ਇੱਕ ਲਫ਼ਜ਼ ਬੋਲਿਆ, ਰਸ ਕਪੂਰ। ਮੈਂ ਕਿਹਾ ਅੱਗੇ ਨਾ ਬੋਲੀ।
ਸਾਡਾ ਬੱਚਾ ਮਗਰੋਂ ਜੰਮਦਾ ਪਹਿਲੋਂ ਰਸਕੂਰ ਨੂੰ ਮਾਰਨਾ ਜਾਣਦਾ। ਸਹੀ। ਤੂੰ ਮੈਂ ਕੀ 15,000 ਦਾ, ਪਰ ਤੈਨੂੰ ਮੈਂ ਸੱਦਿਆ ਤੇ ਨਾ ਜ਼ਮਾਨ ਕੀਤੀ ਹੈ 15,000 ਰੁਪਇਆ ਲੈ ਲਾ। ਅੱਗੇ ਨਾ ਗੱਲ ਕਰੀ, ਮੈਂ ਆਪੇ ਇਹਨੂੰ ਬਣਾ ਲਈ ਸਾਂ। ਮੇਰੇ ਕੋਲ 1000 ਨੁਸਖਾ ਇਹਨੂੰ ਬਣਾਉਣ ਦਾ। ਔਰ ਉਹ ਚੀਜ਼ ਕੀ ਸੀ, ਜਿਵੇਂ ਉਹ ਛੋਟਾ ਜਿਹਾ ਕਰੂੜੀਆ ਸੱਪ ਹੁੰਦਾ ਜਿਹਨੂੰ ਲੜਦੇ ਵਾਲਾ ਪਿਛਾਂਹ ਹਟ ਕੇ ਦੇਖੀ ਮੇਰੇ ਉੱਤੇ ਨਾ ਡੇਗੇ, ਉਹ ਚੀਜ਼ ਨੂੰ ਪੁੱਛਦਾ ਕਰਨਾ ਸੀ। ਮੈਂ ਆਪੇ ਬਣਾ ਦੇਣਾ 15,000 ਫੜ, ਤੂੰ ਪਰੇਸ਼ਾਨ ਨਾ ਹੋ ਕੇ ਸ਼ਾਇਦ ਮੇਰਾ ਹੱਕ ਖਾ ਲੈਣਗੇ, ਨਹੀਂ ਦੇਣਗੇ। ਦੇਖੋ ਬੇਟਾ ਫਨ ਆ, ਐਵੇਂ ਰਾਵਾਂ 'ਚ ਤੁਰਿਆ ਨਹੀਂ ਫਿਰਦਾ ਕਿ ਹਰ ਬੰਦੇ ਨੂੰ ਦੱਸ ਦਿਓ। ਅੱਗੇ ਆਓ ਮੈਂ ਹੋਵੇ ਤੇ ਮੇਰੇ ਬੰਦਾ ਆਵੇ, ਮੈਂ ਆਪਣੇ ਬੇਟੇ ਨੂੰ ਦੱਸ ਦੇਣਾ ਖੱਜ ਦੀ ਖਾਤੀ ਹਜ਼ੂਰ ਜ਼ਮਾਨੇ ਦੀ, ਤੈਨੂੰ ਨਾ ਕੋਈ ਬੱਚਾ ਨਹੀਂ ਤੇ ਨਾ ਕੋਈ ਨੁਸਖਾ ਦੱਸੇ। ਇਹਨੂੰ ਵਿਹਲੇ ਹੱਥ ਲਮਕਾ ਕੇ ਆ ਗਿਆ, ਇਹਨੂੰ ਇਹ ਨਹੀਂ ਪਤਾ ਮਰੀਜ਼ ਦੇ ਬੂਹੇ ਤੇ ਕਿਵੇਂ ਚੱਲੇ। ਕਿਸੇ ਦਾਦਾ ਸਾਹਿਬ ਜਾਓ, ਤੁਸੀਂ ਖਾਲੀ ਹੱਥ ਜਾਓ, ਖਾਲੀ ਹੱਥ ਘਰ ਨੂੰ ਆਏ ਨਾ, ਤੁਹਾਨੂੰ ਦਾਦਾ ਦੇਣਾ ਕੀ ਹੈ? ਤੇ ਜੇ ਉੱਥੇ ਮਠਿਆਈਆਂ ਵੰਡੋ, ਬੂਹੇ ਖਲੋਗੇ ਦੇਗਾ ਲੈ ਕੇ ਵੰਡੋ, ਤੇ ਜਿਹੜੀ ਗੱਲ ਜ਼ਹਿਨ 'ਚ ਲੈ ਕੇ ਗਏ ਅੱਲਾ ਤੁਹਾਡੀ ਪੂਰੀ ਕਰ ਦੇਣੀ, ਕਿਉਂ ਨਹੀਂ? ਬਹੁਤ ਸ਼ੁਕਰੀਆ ਉਸਤਾਦ ਜੀ ਤੁਹਾਡਾ। ਇੱਕ ਆਖਰ ਦੇ ਉੱਤੇ ਕੋਈ ਦਨਾਈ, ਕੋਈ ਹਕਮਤ, ਕੋਈ ਐਸੀ ਕੋਈ ਮਿਸਾਲ ਜਾਂ ਕੋਈ ਗੱਲ ਜਿਹੜੀ ਕੋਈ ਦੋਸਤ ਬੜੀ ਕੋਈ ਮਾਲੂਮਾਤੀ ਹੋਏ, ਦਿਲਚਸਪ ਗੱਲ ਕੋਈ ਤੁਹਾਡੀ? ਦੁਆ ਕਰੋ ਇਹ ਬੰਦੇ ਮੇਰੇ ਕੋਲ ਹੋਣ, ਮੈਂ ਦੱਸਾਂ ਕੋਈ ਵਾਕਿਆ ਨਹੀਂ ਕਬੂਤਰਬਾਜ਼ੀ ਤੋਂ ਹਟ ਕੇ ਹਕਮਤ ਦੇ ਹਵਾਲੇ ਨਾਲ? ਕਿਉਂ ਜੀ, ਤੁਹਾਡਾ ਜਿਹੜਾ ਸ਼ੁਭ ਹੈ ਉਹ ਤਾਂ ਬੜੀਆਂ ਬਥੇਰੀਆਂ ਗੱਲਾਂ ਕਰ ਲਈਆਂ ਨੇ। ਬਸ ਬੇਟਾ ਅੱਲਾ ਪਾਕ ਨੇ ਜਿਹੜਾ ਮੈਨੂੰ ਇਨਾਮ ਦਿੱਤਾ ਹੈ ਨਾ, ਮੇਰੇ ਲਈ ਹਰ ਬੰਦੇ ਨੂੰ ਕਿਸੇ ਨੂੰ ਕੋਈ ਨਹੀਂ। ਬਹੁਤ ਮੇਰੀ ਇੰਨੇ ਨੇ ਦੁਨੀਆ ਜਿਨ੍ਹਾਂ ਨੂੰ 20-20 ਸਾਲ ਇਲਾਜ ਨਹੀਂ ਹੋਈ, ਉਹ ਬੰਦੇ ਮੇਰੇ ਮਰੀਜ਼ ਨੇ, ਉਹਨਾਂ ਦੇ ਘਰ ਪੁੱਤਰ ਜੰਮੇ ਨੇ। ਚਲੋ ਅਸੀਂ ਇਹ ਉਸਤਾਦ ਜੀ ਤੋਂ ਇਹ ਪੈਗਾਮ ਟ੍ਰਾਂਸਫਰ ਕਰ ਦਿੰਦੇ ਹਾਂ ਕਿ ਅਗਰ ਕੋਈ ਦੋਸਤ ਹੈ ਵੇਖੋ ਨਾ ਵੀ ਇੱਕ ਜ਼ਰੀਆ ਹੈ, ਮੀਡੀਆ ਆ ਗਿਆ, ਅਗਰ ਔਲਾਦ ਨਹੀਂ ਹੁੰਦੀ ਹੋਏਗੀ ਕਿਉਂ ਨਹੀਂ? ਕੋਈ ਕਿਸੇ ਕਿਸਮ ਦਾ ਮਸਲਾ ਹੈ, ਔਰਤਾਂ ਨੂੰ ਰੁਕ ਸਕਦੇ ਉਹਨਾਂ ਤੇ ਫਿਰ ਨਹੀਂ ਨਾ ਹੋਣਾ ਬੰਦਾ। ਚਲੋ ਇਹ ਸਾਜਦਾ ਸੇ ਤੁਸੀਂ ਕਿਸ ਕੰਮ ਦੇ ਮਾਹਰ ਹੋ ਹਕਮਤ ਦੇ ਵਿੱਚ? ਮੇਰੇ ਕੋਲ 5-6 ਨੁਸਖੇ ਨੇ। ਇੱਕ ਦਮੇ ਦਾ ਨੁਸਖਾ ਹੈ, ਸ਼ਰਤੀਆ ਦਵਾਈ ਮੈਂ ਦੇਣਾ। ਇੱਕ ਬੰਦਾ ਔਰਤ ਦੇ ਕਾਬਲ ਹੀ ਨਹੀਂ, ਬਿਲਕੁਲ ਖਤਮ ਹੈ, ਉਹਦੀ ਤਸਵੀਰ ਵੇਖ ਕੇ ਉਹ ਥੱਲੇ ਕੱਪੜੇ ਭੇਜ ਦਿੰਦਾ, ਉਹਦਾ ਵੀ ਮੈਂ ਇਲਾਜ ਕਰਨਾ। ਜਿਨ੍ਹਾਂ ਦੇ ਜਰਾਸੀਮ ਕੋ ਨਹੀਂ ਉਹਨਾਂ ਦਾ ਵੀ ਇਲਾਜ ਕਰਨਾ। ਐਪੈਂਡਿਸਾਈਟਿਸ ਹੈ, ਉਹਦੀ ਮੈਂ ਕੁੜੀ ਦੇਣਾ, ਦਿੰਦੇ ਸਾਰੀ ਦਰਦ ਉਸਰੇ ਰੁਕ ਜਾਣੀ, ਖਤਮ ਹੋ ਜਾਂਦੀ। ਇਸ ਨਾਲ ਮੈਂ ਤੁਹਾਨੂੰ ਕਿੰਨੀਆਂ ਗਿਣ ਕੇ ਦੱਸਾਂ, ਮਾਲਕ ਦਾ ਮੇਰੇ ਤੇ ਬੜਾ ਆਸਾਨ ਹੈ। ਪਾਕਿਸਤਾਨ ਦੇ ਵਿੱਚ ਜ਼ਿਲ੍ਹਾ ਥਰਪਾਰ ਕਰੇ ਸਿੰਧ ਵਿੱਚ 12 ਤਹਿਸੀਲਾਂ ਨੇ ਉਹਦੀਆਂ ਥਰਦੀਆਂ, ਮੈਂ 12 ਦੀਆਂ 12 ਹੀ ਫਿਰੀਆਂ ਨੇ। ਉੱਥੇ ਜਿਹੜਾ ਸੱਪ ਹੈ ਨਾ ਉਹ ਸਾਹ ਪੀਂਦਾ ਹੈ, ਤੇ ਪਾਣੀ ਹੈਗਾ 550-600 ਫੁੱਟ ਡੂੰਘਾ। ਮਿੱਠੀ, ਇਸਲਾਮਪੁਰ, ਛਾਛਰੋ, ਉਮਰਕੋਟ ਨੇ, ਇਹ ਮੈਂ 12 ਦੀਆਂ 12 ਫਿਰੀਆਂ। ਮੈਂ ਜੰਗਲ ਦੀ ਹਰ ਬੂਟੀ ਨੂੰ ਉੱਤੇ ਜਾ ਕੇ ਵੇਖਿਆ, ਬਾਹਰ ਤਾਂ ਮੇਰੇ ਤੇ ਬੜੇ ਕਰਮ ਨੇ। ਬਸ ਖੁਦਾ ਹੀ ਹੈ। ਦਰਦੇ ਸ਼ਕੀਕਾ ਇੱਕ ਜਿਹੜਾ ਮਰਜ਼ ਹੈ, ਦਰਦੇ ਸ਼ਕੀਕਾ ਸਿਰ ਦੀ ਦਰਦ ਹੁੰਦੀ ਹੈ, ਹਾਂ, ਇਹਦੇ ਵਾਸਤੇ ਵੀ ਦਵਾਈ ਹੈ, ਉਹਦਾ ਖੂਨ ਛਡਾਈਦਾ। ਹੁਣ ਕੋਈ ਤੁਹਾਡੇ ਦੀ ਨਾਰ ਹੁੰਦੀ ਹੈ, ਮੌਜੂਦ ਹੈ ਵੀ ਦਵਾਈ ਉਹ? ਨਹੀਂ, ਖੂਨ ਛਡਾਈਦਾ ਨਾ ਪਹਿਲੇ। ਅੱਛਾ, ਮਤਲਬ ਬਲੱਡ ਇੱਕ ਦਰਦ ਦਾ ਪਿੱਛੋਂ ਨਿਕਲ ਕੇ ਆਉਂਦੀ ਲੱਤ ਦੇ ਵਿੱਚ ਥੱਲੇ ਗਿੱਟੇ ਤੱਕ, ਠੀਕ, ਉਹਨੂੰ ਰੀਗੜਵਾ ਕਹਿੰਦੇ ਨੇ। ਡਾਕਟਰ ਲੋਕ ਕਹਿੰਦੇ ਤੇਰੇ ਮੋਹਰੇ ਖਤਮ ਹੋ ਗਏ, ਉਹ ਵੀ ਅਸੀਂ 2 ਕਤਰੇ ਖੂਨ ਦੇ ਕੱਢਣੇ, ਬੰਦਾ ਠੀਕ ਹੋ ਜਾਂਦਾ। ਇਹਦੀ ਦਰਦ ਸ਼ਕੀਕਾ ਦੀ ਗੱਲ ਕਰਦੇ ਖੂਨ ਹੀ ਛਡਾਈ। ਅੱਛਾ, ਨਾੜ ਦੀ ਚੋਂ? ਹਾਂਜੀ। ਮੇਰੇ ਬੜੇ ਕਰੀਬੀ ਬੰਦੇ ਨੇ ਤਾਂ ਉਹਨਾਂ ਨੂੰ ਦਰਦ ਸ਼ਕੀਕਾ ਹੈ। ਮੈਂ ਚਲੋ ਜੀ ਇਸ ਹਵਾਲੇ ਨਾਲ ਕਿਉਂ ਜੀ ਸਦਕਾ ਜਾਰੀ ਹੈ ਜਾਂ ਤਾਲਕ ਦੇ ਨਾਲ ਹੀ ਤਾਲਕ ਹੁੰਦਾ, ਉਹ ਬਹੁਤ ਜ਼ਿਆਦਾ ਦਵਾਈਆਂ ਲੈ ਚੁੱਕੇ ਨੇ ਮੁਖਤਲਿਫ ਹਕੀਮਾਂ ਡਾਕਟਰਾਂ ਕੋਲ। ਉਹ ਤੁਹਾਨੂੰ ਕਹਿੰਦਾ ਨੈਗਰੇਨ ਦੀ ਕਹਿੰਦੇ ਨੇ ਦਰਦ ਹੈ, ਲੇਕਿਨ ਉਹ ਮੈਡੀਸਨ ਦੇ ਹਵਾਲੇ ਨਾਲ ਕਵਰ ਨਹੀਂ ਹੋਈ। ਤੇ ਤੁਹਾਡੇ ਹਵਾਲੇ ਨਾਲ ਜੋ ਤੁਹਾਡੀ ਵਜ੍ਹਾ ਸ਼ੋਹਰਤ, ਮੈਂ ਇਹ ਕਿਹਾ ਕਿ ਇਹ ਸਾਡੇ ਸ਼ੌਕ ਦੇ ਸ਼ੋਭੇ ਤੋਂ ਇਲਾਵਾ ਵੀ ਤੁਹਾਨੂੰ ਮਾਲਕ ਨੇ ਬੜੀ ਅਤਾ ਦਿੱਤੀ ਹੈ। ਗੋਲੀ ਹੁੰਦੀ ਸੀ ਇੰਗਲਿਸ਼ ਡਾਇਆਮੌਕਸ, DIAMOX, ਡਾਇਆਮੌਕਸ, ਹੁਣ ਮਿਲਦੀ ਨਹੀਂ। ਅੱਛਾ, ਅੱਧੀ ਗੋਲੀ ਦੇਣੀ ਹੈ ਤਾਂ ਤੁਸੀਂ ਦੇ ਕੇ ਪਿਛਾਂਹ ਹਟਣਾ ਤੇ ਦਰਦ ਸ਼ਕੀਕਾ ਲਾਉਣਾ। ਠੀਕ, ਮਸਲੋਂ ਗੋਲੀ ਬਲਾਕ ਹੋ ਗਈ, ਬੰਦ ਹੋ ਗਈ, ਖਤਮ। ਇਹਨਾਂ ਬਹੁਤ ਕੁਝ ਖਤਮ ਕਰਤਾ ਹੈ। ਇੱਕ ਸੀਫਾ ਬਾਲ ਇੱਕ ਟੀਕਾ ਸੀ, ਫਾਲੇ ਪੈ ਗਿਆ ਬੰਦੇ ਦਾ, ਚੂੜੇ ਤੇ ਲਾ ਕੇ ਨਾਰ ਬਾਹਰ ਕੱਢੋ, ਬੰਦਾ ਉਸ ਨੂੰ ਗਲਾ ਦਾ ਪੈਦਾ ਕਰ ਲਓ। ਠੀਕ, ਮਸਲੋਂ ਕੋਈ ਸਟੀਰਾਇਡ ਹੋਣੀ, ਕੋਈ ਹੈਵੀ ਦਵਾਈ ਹੋਣੀ, ਇਸ ਤੋਂ ਬੰਦ ਹੋ ਗਈ ਹੈ? ਨਾ ਨਹੀਂ, ਬਸ ਬੜੇ ਚਾਵਲ ਲੋਕ
ਠੀਕ ਇੱਕ ਨਵਲਜੀਅਨ ਟੀਕਾ ਹੁੰਦਾ ਸੀ 5 ਸੀ ਨਾਲ ਚਲਾਉਣਾ ਹੁੰਦਾ ਵੀ ਬੰਦੇ ਲੱਤਾਂ ਹੀ ਲੰਡਾ ਤੇ ਉੱਠ ਕੇ ਬਹਿੰਦਾ ਝੇੜ ਪੀੜ ਕਿੰਨੀ ਹੁੰਦੀ ਜਿਹੜੀ ਲਾਦ ਨਹੀਂ ਖਤਮ ਹੋਣਾ। ਮੈਂ ਇਹ ਵੀ ਅਰੂਜ ਵੇਖਿਆ ਡਾਕਟਰੀ ਲੈਣ ਲਈ, ਲੇਕਿਨ ਸਭ ਫਰਾਡ ਆ, ਕੋਈ ਸ਼ੈ ਕੰਮ ਦੀ ਨਹੀਂ। ਨਹੀਂ ਇਹ ਉਸਤਾਦ ਜੀ ਜਿਹੜੀ ਇਹ ਆਰਜ਼ੀ ਕਹਿ ਸਕਦੇ ਹਾਂ ਵਕਤੀ ਤੌਰ ਤੇ ਮੈਡੀਸਨ ਨਹੀਂ ਵਕਤੀ ਕਿਉਂ, ਮੈਂ ਤੇ ਐਡੇ ਹਿਕਮਾਂ ਦੇ ਅਸੀਂ ਦੇਰ ਪਾ ਕਹਿ ਸਕਦੇ ਹਾਂ ਤੁਹਾਡੇ ਜੇ ਕਿਉਂ ਗੱਲਾਂ ਤੋਂ ਕੋਈ ਵੀ ਨਾਮ ਆਇੰਦਾ ਉਸੇ ਰਹੀ। ਨਹੀਂ ਤੁਸੀਂ ਦੱਸਿਆ ਸੀ ਨਾ ਕਿ ਡਾਕਟਰੀ ਮੈਂ ਲਾਈਨ ਛੱਡੀ ਇਸ ਉਵੇਂ ਕਿਉਂਕਿ ਮੈਂ ਆਪ ਬਿਮਾਰ ਹੋ ਗਿਆ ਤੇ ਮੈਂ ਬੜੀਆਂ ਦਵਾਈਆਂ ਲਾਈਆਂ ਤੇ ਮੈਂ ਉਹ ਸਾਰਾ ਕੁਝ ਭੰਨ ਛੜਿਆ ਕਿ ਮੈਂ ਹੁਣ ਜਿਹੜਾ ਆਪਣਾ ਹਿਕਮਤ ਹੈ ਨਾ ਆਪਣਾ ਇਲਾ ਮੈਂ ਉਹ ਹੀ ਇਸਤੇਮਾਲ ਕਰਨਾ। ਕਿਉਂ ਜੀ ਉਹ ਤੁਹਾਨੂੰ ਅੱਲਾਹ ਤਾਲਾ ਨੇ ਸ਼ਿਫਾ ਵੀ ਦਿੱਤੀ ਹੈ ਤੇ ਦੇਖੋ ਸਾਡੇ ਸਾਹਮਣੇ ਤੁਸੀਂ ਬੈਠੇ ਹੋ। ਇਹ ਮਾਲਕ ਦਾ ਕਰਾ ਮੇਰਾ ਜਾਂ ਤੁਹਾਡਾ ਫਨ ਹੈ ਕਿਉਂ ਜੀ? ਮਸਲਾ ਇਸ ਚੀਜ਼ ਦਾ ਵੀ ਦੋ ਚੀਜ਼ਾਂ ਨੇ, ਇੱਕ ਤਬੀਬ ਤੇ ਹਕੀਮ। ਠੀਕ ਲਫ਼ਜ਼ ਤਾਂ ਦੋਵੇਂ ਹੀ ਹਕਮਤ ਦੇ ਨੇ ਨਾ। ਹਾਂਜੀ ਤੇ ਇੱਕ ਬੋਲਿਆ ਜਾਂਦਾ ਤਬੀਬ, ਠੀਕ ਜ਼ੁਬਾਨ ਦੀ ਬੋਲਣ ਵਾਸਤੇ ਇਹ ਤਰਬੀਅਤ। ਇਸੇ ਤਰ੍ਹਾਂ ਹਰ ਚੀਜ਼ ਦਾ ਆਪਣਾ ਵਕਤ ਹੁੰਦਾ, ਉਸ ਵਕਤ ਦੇ ਮੁਤਾਬਕ ਮਤਲਬ ਕਿ ਅੱਲਾ ਦੀ ਜ਼ਾਤ ਸ਼ਿਫਾ ਵੀ ਦੇ ਦਿੰਦੀ ਹੈ। ਹਰ ਚੀਜ਼ ਅੱਲਾ ਦਾ ਕਰਮ ਹੁੰਦਾ। ਭਾਈ ਮੇਰੇ ਨੇ ਬੜੀਆਂ ਮੁਸ਼ਕਲਾਂ ਕੱਢੀਆਂ ਨੇ। ਤੁਸੀਂ ਤਾਰਫ ਪਰ ਕਰਾਉਣਾ ਮੈਂ ਮਾਦਰਾ ਦੇ ਨਾਲ ਮੈਨੂੰ ਤੁਹਾਨੂੰ ਤਾਰਫ ਕਰਾਉਣਾ ਨਹੀਂ ਯਾਦ ਰਿਹਾ ਕਿਉਂਕਿ ਭੁੱਲ ਗਏ ਗੱਲਾਂ ਦੇ ਵਿੱਚ। ਕੀ ਨਾਮ ਹੈ? ਮੇਰਾ ਨਾਮ ਮੁਹੰਮਦ ਸਦੀਕ ਹੈ। ਡਾਕਟਰ ਮੁਹੰਮਦ ਸਦੀਕ ਡਾਕਟਰ ਸਾਹਿਬ ਦੇ ਭਾਈ ਹੋ ਹਾਂਜੀ ਸਗੇ ਛੋਟੇ ਹਾਂਜੀ ਸਕੇ। ਕਿਉਂ ਜੀ ਵੇਖੋ ਜੀ ਮੈਨੂੰ ਯਾਦ ਨਹੀਂ ਦਿੰਦੇ ਪਹਿਲੋਂ ਤਾਰਫ ਇਹਨਾਂ ਦਾ ਬੰਦਾ ਕਿਉਂਕਿ ਬੜੀ ਦੇਰ ਤੋਂ ਇਹਨਾਂ ਨੂੰ ਮੈਂ ਕੋਲ ਸਾਡੇ ਬਹਿ ਕੇ ਗੱਲਾਂ ਸੁਣਦੇ ਨੇ ਪਏ। ਤੁਹਾਡਾ ਸ਼ੋਭਾ ਦੇ ਕੋਈ ਕੀ ਕੰਮ ਕਰਦੇ ਤੁਸੀਂ? ਮੈਂ ਰਾਜਗੀਰੀ ਦਾ ਕਰਦਾ ਹਾਂ, ਮਸਜਿਦਾਂ ਦਾ ਕਾਰੋਬਾਰ ਕਰਦਾ, ਮੁਹੰਮਦ ਦਾ ਇਹ ਕੰਮ ਕਰਦੇ ਰਹੇ। ਪਹਿਲੇ ਭਾਈ ਦੇ ਨਾਲ ਵੀ ਮਤਲਬ ਕਿ ਅਸੀਂ ਹਕਮਤ ਦੇ ਵਿੱਚ ਵੀ ਨਾਲ ਜਾਂਦੇ ਰਹੇ ਕਰਦੇ ਰਹੇ। ਫਿਰ ਉਸ ਤੋਂ ਬਾਅਦ ਵਿੱਚ ਮੈਂ ਕਾਰੀਗਰ ਮਸਜਿਦ ਦਾ ਮਾਸ਼ਾਅੱਲਾ ਅੱਲਾ ਦੀ ਜ਼ਾਤ ਦਾ ਬਹੁਤ ਆਲਾ ਕਾਰੀਗਰ ਮਸਜਿਦ ਬਣਾਉਂਦਾ। ਜੋ ਜਿਹੋ ਜਿਹੀ ਮਸਜਿਦ ਗੁੰਬਦ ਜਿਹੜਾ ਹੈਗਾ ਬਗੈਰ ਪਲਕਾਰ ਤੋਂ ਮੈਂ ਇੱਟਾ ਜਿਹੜਾ ਹੈ ਨਾ 100 ਫੁੱਟ ਦਾ ਗੁੰਬਦ ਲਾ ਦੇਣਾ। ਠੀਕ ਅੱਲਾ ਦਾ ਬੜਾ ਕਰਮ ਹੈ। ਜਾਂ ਮੇਰੀ ਲੱਤ ਟੁੱਟ ਗਈ ਸੀ। ਇਹਨਾਂ ਦੇ ਬੜੇ ਵੱਡੇ ਠੇਕੇਦਾਰ ਨੇ। ਅੱਛਾ ਜੀ ਉਹ ਲਾਹੌਰ ਹੁਣ ਬਜ਼ੁਰਗੀ ਤੁਸੀਂ ਆਰਾਮ ਕਰ ਰਹੇ ਹੋ ਹਰੀ ਵਕਤ। ਹਾਂਜੀ ਲੋ ਜੀ ਦੋਸਤੋ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਮੇਰੇ ਖਿਆਲ ਨਾਲ ਬੜੀ ਡਾਕਟਰ ਸਾਹਿਬ ਹੱਥ ਹਿਲਾ ਕੇ ਨਾ ਕਿਉਂਕਿ ਬਜ਼ੁਰਗ ਨੇ ਹਾਂਜੀ ਜ਼ਿਕਰ ਤੇ ਬੜੀ ਹਾਲਤ ਨਾਲ ਖਰਾਬ ਸੀ ਬੁਖਾਰ ਸੀ ਤੇ ਮੈਂ ਉਹਨਾਂ ਦਾ ਬੜਾ ਖਸੂਸੀ ਤੌਰ ਤੇ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਦੇਖੋ ਨਾ ਇਹ ਵੀ ਇੱਕ ਅੱਛੇ ਲੋਕਾਂ ਦੀ ਵਸਫ ਹੁੰਦਾ ਕਿ ਘਰ ਆਏ ਮਹਿਮਾਨ ਨੂੰ ਪੂਰਾ ਟਾਈਮ ਦਿੰਦੇ ਨੇ। ਉਹਨਾਂ ਬੜੀ ਜਨਾਬ ਚਾਹਤ ਕੀਤੀ ਖਿਦਮਤ ਕੀਤੀ ਤੇ ਬੜੇ ਅੱਛੇ ਤਰੀਕੇ ਨਾਲ ਹਾਲਾਂਕਿ ਉਹਨਾਂ ਦੀ ਤਬੀਅਤ ਠੀਕ ਨਹੀਂ ਸੀ ਹੈ ਬੁਖਾਰ ਸੀ ਤੇ ਫਿਰ ਵੀ ਉਹਨਾਂ ਬੜਾ ਟਾਈਮ ਦਿੱਤਾ। ਤੁਸੀਂ ਦੇਖਿਆ ਨਾ ਦੋਸਤਾਂ ਨੇ ਬੜੀਆਂ ਉਹਨਾਂ ਨਾਲ ਗੱਪਸ਼ਪ ਕੀਤੀ ਹੈ। ਦੇਖਣ ਵਾਲੇ ਤਮਾਮ ਦੋਸਤਾਂ ਦਾ ਜਨਾਬ ਬਹੁਤ ਬਹੁਤ ਸ਼ੁਕਰੀਆ। ਇਨਸ਼ਾਅੱਲਾ ਜ਼ਿੰਦਗੀ ਰਹੀ ਤੇ ਫਿਰ ਕਦੀ ਆਵਾਂਗੇ ਤੇ ਇਹਨਾਂ ਦੇ ਜਦੋਂ ਮੁਕਾਬਲੇ ਹੋਣਗੇ ਤਾਂ ਤੁਹਾਨੂੰ ਸ਼ੌਕ ਵੀ ਦਿਖਾਵਾਂਗੇ ਨਾਲੇ ਉਹਨਾਂ ਦੀ ਛੱਤ ਦਾ ਵਿਜ਼ਿਟ ਕਰਾਵਾਂਗੇ। ਨਾ ਜਾਫਰ ਗਨੀ ਸਾਹਿਬ ਨੇ ਆਪਣੀ ਨਵੀਂ ਛੱਤ ਬਣਾਈ ਹੈ। ਦੇਖਣ ਵਾਲੇ ਤਮਾਮ ਦੋਸਤਾਂ ਦਾ ਬਹੁਤ ਸ਼ੁਕਰੀਆ ਜਨਾਬ। ਨਨਕਾਣਾ ਤੋਂ ਅਸੀਂ ਹਾਜ਼ਰ ਖਿਦਮਤ ਸਾਂ ਉਸਤਾਦ ਡਾਕਟਰ ਅਬਦੁਲ ਗਨੀ ਆਫ ਨਨਕਾਣਾ। ਓਕੇ ਜਨਾਬ ਬਹੁਤ ਸ਼ੁਕਰੀਆ। ਅੱਲਾ ਹਾਫਿਜ਼।